600 ਬੂਟਾ ਤਾਂ ਰੁੜ ਗਿਆ ਜੀ ਸਫੈਦੇ ਦਾ। ਜੀ 250 ਬੂਟਾ ਪਾਪੂਲਰ ਦਾ। ਸਰਕਾਰ ਨੇ ਕਿਆ ਦੇਣਾ? ਸਰਕਾਰ ਤਾਂ ਹੁਣ ਤੱਕ ਇੱਥੇ ਕੋਈ ਇੱਕ ਬੰਦਾ ਵੀ ਨਹੀਂ ਆ ਕੇ ਖੜਿਆ ਅੱਜ ਤੱਕ। ਜੀ ਆ ਸਾਰੇ ਪ੍ਰਭੂ ਆਸਰਾ ਵਾਲਿਆਂ ਨੇ, ਇਹਨਾਂ ਨੇ ਆ ਕੇ ਕਿਰਪਾ ਕਰੀਏ ਮਾੜੀ ਮੋਟੀ ਨੇ। ਸਰਕਾਰ ਤੋਂ ਤਾਂ ਕੋਈ ਬੰਦਾ ਵੀ ਨਹੀਂ ਆਇਆ। ਠੋਕਰਾਂ ਲੱਗ ਜਾਣ 5-4 ਠੋਕਰਾਂ ਲੱਗ ਕੇ, ਠੋਕਰਾਂ ਨਾਲ ਪਾਣੀ ਵੱਜ ਕੇ ਪਾਣੀ ਇਸ ਪਾਸੇ ਨੂੰ ਨਿਕਲੀ ਜਾਊਗਾ, ਫਿਰ ਬਚਾਅ ਹੋ ਜਾਊਗਾ ਕੋਈ ਥੋੜਾ ਬਹੁਤਾ। ਉਹ ਬਾਰੇ ਇਹਨਾਂ ਨੇ ਕਰਨਾ ਕੁਝ ਨਹੀਂ ਹੈ। ਇਹ ਸਰਕਾਰ ਕਰੇ ਤਾਂ ਹੈ ਨਾ। ਅਸੀਂ ਤਾਂ ਬਥੇਰੀ ਬੇਨਤੀਆਂ ਕਰਤੀਆਂ। हम लोगों ने हर किसी के आगे अपना रोना रोया, किसी ने भी आगे कोई आके हमारी हेल्प नहीं करी। बस यही कभी बोलते हैं, प्रशासन भी बोलता है कि इलीगल है, कभी कुछ बोलते हैं, कभी कुछ बोलते हैं। भाई शमशेर सिंह जी जो है 23 तारीख को यहाँ पे आके खड़े हो गए हैं, उसके बाद ही प्रशासन अगले दिन अपनी मशीनें लेके आया है, लेकिन वो दोपहर बाद तक मशीनें उनकी फेल हो गई और वापस चले गए। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸੰਦੀਪ ਕੰਬੋਜ। ਪਿਛਲੇ ਦਿਨੀ ਜਿਹੜੀ ਬਾਰਿਸ਼ ਹੋਈ ਸੀ, ਜਿਹੜੇ ਹੜ੍ਹ ਆਏ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਤਹਿਸ ਨਹਿਸ ਮਚਾਤੀ, ਕਿੰਨਿਆਂ ਦੇ ਜਿਹੜੇ ਅਸ਼ਿਆਨੇ ਹੈਗੇ ਨੇ ਉਹਨਾਂ ਨੂੰ ਬੇਘਰ ਕਰ ਦਿੱਤਾ, ਘਰ ਵੀ ਤੇ ਕਿ ਜ਼ਮੀਨਾਂ ਤੱਕ ਰੋੜ ਦਿੱਤੀਆਂ। ਸਰਕਾਰਾਂ ਤੇ ਅਫਸਰਾਂ ਦੀ ਮਿਲੀ ਭੁਗਤ ਨੇ ਜਿਹੜਾ ਕਿ ਨਕਸ਼ੇ ਪਾਸ ਕਰਕੇ ਜਾਲੀ ਤਰੀਕੇ ਦੇ ਨਾਲ ਜਿਹੜੇ ਘਰਾਂ ਦੇ ਨਕਸ਼ੇ ਦੀ ਗੱਲ ਕਰੀਏ ਤਾਂ ਜਿਹੜੀਆਂ ਨਦੀਆਂ ਸੀ, ਨਦੀਆਂ ਨੂੰ ਛੋਟੇ ਨਾਲਿਆਂ ਦੇ ਵਿੱਚ ਤਬਦੀਲ ਕੀਤਾ ਗਿਆ। ਨਦੀਆਂ ਦੀ ਜੋ ਨਿਕਾਸੀ ਸੀ ਉਹ ਛੋਟੀਆਂ ਪਾਈਪਾਂ ਦੇ ਰਾਹੀਂ ਜਿਹੜੀ ਕੀਤੀ ਗਈ, ਜਿਸ ਨੇ ਜਦੋਂ ਪਾਣੀ ਪਹਾੜਾਂ ਤੇ ਤੇਜ਼ੀ ਦੇ ਨਾਲ ਬਾਰਿਸ਼ ਹੋਈ, ਪਾਣੀ ਦਾ ਫਲੋ ਇੰਨਾ ਵਧਿਆ ਤਾਂ ਜਿਸ ਨੇ ਆਪਣੇ ਰਸਤੇ ਖੁਦ ਜਿਹੜੇ ਬਣਾ ਲਏ। ਸਾਡੇ ਨਾਲ ਲੋਕਲ ਨਿਵਾਸੀ ਮੌਜੂਦ ਨੇ ਜਿਨ੍ਹਾਂ ਦਾ ਉਸ ਪੱਧਰ ਤੇ ਨੁਕਸਾਨ ਹੋਇਆ, ਜਿਨ੍ਹਾਂ ਦੇ ਘਰ ਵੀ ਰੁੜ ਗਏ ਤੇ ਜ਼ਮੀਨਾਂ ਤੱਕ ਰੁੜ ਗਈਆਂ। ਆਓ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਆ ਜਿੱਥੇ ਅਜਿਹਾ ਉਜਾੜਾ ਹੋਇਆ, ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਜਿਹੜੀਆਂ ਅੱਖਾਂ ਹੈਗੀਆਂ ਨੇ ਉਹ ਸ਼ਾਇਦ ਹੰਝੂਆਂ ਦੇ ਨਾਲ ਭਰ ਜਾਣਗੀਆਂ ਜਦੋਂ ਅਸੀਂ ਤੁਹਾਨੂੰ ਇਹ ਉਜਾੜਾ ਦਿਖਾਵਾਂਗੇ। ਸਾਡੇ ਨਾਲ ਉਹ ਲੋਕ ਮੌਜੂਦ ਨੇ, ਦੇਖੋ ਬਜ਼ੁਰਗ ਜਿਨ੍ਹਾਂ ਨੂੰ ਹੱਥ ਫੜ ਕੇ ਉੱਤੇ ਚੜਾਉਣਾ ਪੈ ਰਿਹਾ। ਇਹ ਇੱਧਰ ਇਹਨਾਂ ਦੇ ਘਰ ਹੈਗੇ ਨੇ ਜਿਨ੍ਹਾਂ ਨੂੰ ਅੱਜ ਇੱਕ ਸ਼ਖਸ ਨੇ ਬਚਾਇਆ। ਉਸ ਸ਼ਖਸ ਨਾਲ ਵੀ ਤੁਹਾਨੂੰ ਮਿਲਾਵਾਂਗੇ ਕਿਵੇਂ ਅਸੀਂ ਹੱਥ ਫੜਾਂਗੇ, ਕਿਉਂਕਿ ਜਿਹੜੀ ਜਗ੍ਹਾ ਹੈਗੀ ਹੈ ਕਿਸੇ ਸਮੇਂ ਇੱਥੇ ਆਵਾਸ ਹੈਗੇ ਸੀ, ਇੱਥੇ ਜ਼ਮੀਨਾਂ ਸੀ, ਪਰ ਅੱਜ ਇੱਥੇ ਉਜਾੜੇ ਹੋਏ ਨੇ। ਕੀ ਕਾਰਨ ਬਣਿਆ ਉਹ ਸਾਰਾ ਕਾਰਨ ਜਾਣਾਂਗੇ, ਕਿਉਂ ਉਜਾੜੇ ਹੋਏ ਨੇ, ਕਿਉਂ ਪਾਣੀ ਨੂੰ ਨਹੀਂ ਸੰਭਾਲ ਪਾਈਆਂ ਇਹ ਨਦੀਆਂ। ਸਾਡੇ ਨਾਲ ਸਰਦਾਰ ਸਾਹਿਬ ਮੌਜੂਦ ਨੇ। ਤੁਹਾਡੀ ਜ਼ਮੀਨ ਕੀ ਨੁਕਸਾਨ ਹੋਇਆ ਤੁਹਾਡਾ? ਆ ਜ਼ਮੀਨ ਸਾਰੀ ਹੜ ਗਈ ਜੀ। ਦੇਖੋ 2 ਕਿੱਲੇ ਦੇ ਕਰੀਬ ਉੱਪਰਲੇ ਪਾਸੇ ਚਲੇ ਗਈ। ਸਿਰਫ ਆ ਪੁਲੀ ਦੇ ਕਾਰਨ, ਇਸ ਤਰ੍ਹਾਂ ਪੁਲੀ ਦੇ ਵਿੱਚ ਡੱਕ ਫਸ ਗਏ ਆ ਕੇ ਉੱਪਰਲੇ ਪਾਸੇ, ਤੇ ਪੁਲੀ ਦਾ ਪਾਣੀ ਬੰਦ ਹੋ ਗਿਆ। ਪਾਣੀ ਠੋਕਰ ਵੱਜ ਕੇ ਇੱਧਰਲੇ ਪਾਸੇ ਨਿਕਲਣ ਲੱਗ ਗਈ, ਪੂਰਾ ਨੁਕਸਾਨ ਕਰਦੀ ਚਲੇ ਗਈ। ਆ ਦੇਖੋ ਪਾਪੂਲਰ ਮੇਰਾ 600 ਤਾਂ ਬੂਟਾ ਸਫੈਦੇ ਦਾ ਸੀ, ਇਹਦੇ ਵਿੱਚ ਤੋਂ 250 ਬੂਟਾ ਪਾਪੂਲਰ ਦਾ ਹੜ ਗਿਆ ਜੀ। ਮਤਲਬ ਇੱਧਰ ਆਓ, ਜਿਹੜੀ ਆ ਜਗ੍ਹਾ ਤੇ ਅਸੀਂ ਖੜੇ ਆ ਇਹ ਤੁਹਾਡੀ ਮਾਲਕੀ ਜਗ੍ਹਾ ਹੈਗੀ ਜਿੱਥੇ ਅਸੀਂ ਖੜੇ ਆ? ਮਲਕੀਅਤ ਜਗ੍ਹਾ ਹੈਗੀ ਹੈ। ਹਾਂਜੀ ਤੇ ਇੱਥੇ ਪਾਪੂਲਰ ਦੀ ਖੇਤੀ ਹੈਗੀ ਸੀ? ਹਾਂਜੀ ਆ ਦੇਖੋ ਅੱਧਾ ਖੜਾ ਹੈ ਸਾਹਮਣੇ। ਜੀ ਹਾਂਜੀ। ਕਿੰਨੇ ਪਾਪੂਲਰ ਰੁੜ ਗਏ ਤੇ ਕਿੰਨੀ ਜ਼ਮੀਨ ਜਿਹੜੀ ਕਿ ਅੱਜ ਦਿਖਾਈ ਤੇ ਇਹ ਦੇ ਰਹੀ ਹੈ ਕਿ ਨਦੀ ਹੈਗੀ ਹੈ? 600 ਬੂਟਾ ਤਾਂ ਰੁੜ ਗਿਆ ਜੀ ਸਫੈਦੇ ਦਾ। ਜੀ 250 ਬੂਟਾ ਪਾਪੂਲਰ ਦਾ ਹੜ ਗਿਆ ਜੀ। ਹਾਂਜੀ ਨਾਲ ਸਾਰੀ ਜ਼ਮੀਨ ਹੜ ਗਈ। ਜ਼ਮੀਨ ਹੜਾਂਦੀ ਦੇਖੋ ਕਿੱਥੇ ਦੇ ਕਿੱਥੇ ਪਹੁੰਚ ਗਈ। ਉਹ ਗਾਹਾਂ ਕੋਠੀਆਂ ਦਾ ਵੀ ਨੁਕਸਾਨ ਕਰ ਗਈ, ਮੰਦਿਰ ਦੀ ਕੰਧ ਵੀ ਢਾਤੀ ਜੀ। ਬਹੁਤ ਸਿਰੇ ਤੱਕ ਨੁਕਸਾਨ ਕਰਦੀ ਗਈ ਹੈ। ਉਹ ਸਿਰੇ ਤੱਕ ਹੀ ਇਹਦੀ ਪੂਰਤੀ ਹੋਣੀ ਚਾਹੀਦੀ ਹੈ, ਨਹੀਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ। ਆਦਾ ਇਹਨਾਂ ਨੇ ਬਚਾ ਲਏ ਪ੍ਰਭੂ ਆਸਰਾ ਵਾਲਿਆਂ ਨੇ ਜੀ। ਇਹ ਜਾਗਰੇ ਨਾ ਆਉਂਦੇ ਤਾਂ ਸਾਡਾ ਕੰਮ ਬਹੁਤ ਖਰਾਬ ਹੋ ਜਾਂਦਾ, ਕਿਉਂਕਿ ਰੋਜ਼ ਦਿਨ ਪਰ ਦਿਨ ਪਾਣੀ ਆਉਂਦਾ ਮਾੜਾ ਮੋਟਾ ਸੇਮ ਦੇ ਨਾਲ ਗਿਰੀ ਜਾਂਦਾ। ਮਤਲਬ ਜਿਹੜੇ ਇਹ ਬੰਨ ਬਣਿਆ ਹੋਇਆ, ਇਹ ਬੰਨ ਪਹਿਲੇ ਸੀ ਤੇ ਜਿੱਧਰ ਜਿਹੜੀਆਂ ਪਾਈਪਾਂ ਹੈਗੀਆਂ ਨੇ ਉਹ ਪਾਈਪਾਂ ਦੇ ਰਾਹੀਂ ਜਿਹੜਾ ਪਾਣੀ ਸਾਰਾ ਆਇਆ, ਤੇ ਜਿਹੜਾ ਇਹ ਰਸਤਾ ਹੈਗਾ ਇਹ ਪਾਣੀ ਨੇ ਖੁਦ ਬਣਾਇਆ, ਜਿਹੜੇ ਰਸਤੇ ਅਸੀਂ ਖੜੇ ਆ। ਹਾਂਜੀ ਪਾਈਪਾਂ ਦਾ ਰਸਤਾ ਪਾਣੀ ਦਾ ਬੰਦ ਹੋ ਗਿਆ, ਉਹ ਪਾਣੀ ਨੇ ਦੂਜੇ ਪਾਸੇ ਰਸਤਾ ਬਣਾ ਲਿਆ। ਬਿਲਕੁਲ, ਅਸੀਂ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਹਾਂ। ਅਸੀਂ ਕੈਮਰਾਮੈਨ ਨੂੰ ਕਹਾਂਗੇ ਥੋੜਾ ਜਿਹਾ ਜਿਹੜਾ ਕਲੋਜ਼ ਕਰਕੇ ਉਹ ਜਗ੍ਹਾ ਜਿਹੜੀ ਦਿਖਾਈ ਦੇ ਰਹੀ ਆ ਪਿੱਛੇ ਜਿੱਥੇ ਕਿ ਪਾਈਪਾਂ ਨੱਪੀਆਂ ਹੋਈਆਂ ਸੀ, ਤਾਂ ਪਾਈਪਾਂ ਦਾ ਜਿਹੜਾ ਪਾਣੀ ਝੱਲ ਨਹੀਂ ਸਕੀਆਂ, ਤਾਂ ਜਿਹੜਾ ਪਾਈਪਾਂ ਦੇ ਪਾਣੀ ਉੱਪਰ ਕ੍ਰੋਸ ਹੋਣ ਲੱਗਿਆ, ਤਾਂ ਉਸ ਤੋਂ ਬਾਅਦ ਜਿਹੜਾ ਰਸਤਾ ਖੁਦ ਪਾਣੀ ਨੇ ਆਪਣੇ ਆਪ ਬਣਾਇਆ। ਤੇ ਬਾਈ ਜੀ ਹੁਣ ਜ਼ਮੀਨ ਜਿਹੜੀ ਹੈਗੀ ਹੈ ਇਹ ਤਾਂ ਹੁਣ ਨਦੀ ਨਹਿਰ ਹੀ ਬਣ ਚੁੱਕੀ ਹੈ। ਇੱਥੇ ਤਾਂ ਲੱਗ ਨਹੀਂ ਰਿਹਾ ਕਿ ਤੁਹਾਡੀ ਜ਼ਮੀਨ ਹੈਗੀ ਹੈ, ਤੇ ਕਿਵੇਂ ਆਬਾਦ ਹੋਏਗੀ ਇੱਥੇ, ਕਿਵੇਂ ਇੰਨੀ ਪਰਾਈ ਪਾਈ ਜਾਏਗੀ? ਇਹ ਤਾਂ ਹੁਣ ਦੇਖੋ ਜੀ ਨੁਕਸਾਨ ਹੋ ਗਿਆ ਸਾਡਾ। ਇਹ ਨੁਕਸਾਨ ਦੀ ਪੂਰਤੀ ਤਾਂ ਕਿਹਨੇ ਕਰਨੀ ਹੈ? ਪਰਮਾਤਮਾ ਹੀ ਕਰ ਸਕਦਾ, ਹੁਣ ਕੋਈ ਕਰ ਨਹੀਂ ਸਕਦਾ। ਸਰਕਾਰ ਨੇ ਕਿਆ ਦੇਣਾ? ਸਰਕਾਰ ਤਾਂ ਹੁਣ ਤੱਕ ਇੱਥੇ ਕੋਈ ਇੱਕ ਬੰਦਾ ਵੀ ਨਹੀਂ ਆ ਕੇ ਖੜਿਆ ਅੱਜ ਤੱਕ। ਆ ਸਾਰੇ ਪ੍ਰਭੂ ਆਸਰਾ ਵਾਲਿਆਂ ਨੇ, ਇਹਨਾਂ ਨੇ ਆ ਕੇ ਕਿਰਪਾ ਕਰੀਏ ਮਾੜੀ ਮੋਟੀ ਨੇ। ਸਰਕਾਰ ਦਾ ਤਾਂ ਕੋਈ ਬੰਦਾ ਵੀ ਨਹੀਂ ਆਇਆ। ਉਰੇ ਆ ਕੇ ਇੱਕ ਵਾਰੀ ਆਏ ਵੀ ਸੀ, ਮਾੜਾ ਮੋਟਾ ਲੰਬ ਜੇ ਬਣਾ ਕੇ ਤੁਰਦੇ ਹੋਏ। ਅੱਜ ਵੀ ਇਹ ਇੱਕ ਚੇਅਰਮੈਨ ਆਏ ਹੋਏ ਤੇ ਉਹਨਾਂ ਦੇ ਨਾਲ ਇੱਕ ਜਈ ਤੇ ਇੱਕ SDO ਆਇਆ ਤਾਂ, ਇਰੀਗੇਸ਼ਨ ਵਾਲਿਆਂ ਦਾ ਆਇਆ ਤਾਂ।
ਉਹਨਾਂ ਨੇ ਵੀ ਕਾਪੀ ਜੀ ਫੜੀ ਹੋਈ ਸੀ, ਕੁਝ ਨਹੀਂ ਕੀਤਾ ਉਹਨਾਂ ਨੇ। ਕੀ ਕਰਨਾ, ਐਸਟੀਮੇਟ ਬਣਾਉਂਗੇ, ਫਿਰ ਪਾਸ ਹੋਊਗਾ, ਕਦੋਂ ਜਾਊਗਾ, ਕਦੋਂ ਪੈਸੇ ਆਉਂਗੇ, ਕਦੋਂ ਬਣੂਗਾ, ਅੱਗੇ ਨੂੰ ਦੂਜੀ ਬਰਸਾਤ ਆ ਜਾਣੀ ਹੈ। ਤੇ ਕੋਈ ਗਦੌਰੀਆਂ ਵਗੈਰਾ ਜਿਵੇਂ ਤੁਸੀਂ ਕਹਿ ਰਹੇ ਹੋ, ਇਹ ਹੁਣ ਜਿਹੜੀ ਜ਼ਮੀਨ ਹੈਗੀ ਹੈ, ਇਸ ਜ਼ਮੀਨ ਨੂੰ ਅਸੀਂ ਖੇਤੀ ਲਾਇਕ ਤਾਂ ਕਹਿ ਹੀ ਨਹੀਂ ਸਕਦੇ, ਨਾ ਹੀ ਇਹ ਸ਼ਾਇਦ ਖੁਦ ਤੋਂ ਬਣਾਈ ਜਾ ਸਕਦੀ। ਇਹਦਾ ਹੱਲ ਕੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ? ਸਰਕਾਰ ਕੀ ਅਸੀਂ ਜਿਹੜੀ ਤੁਸੀਂ ਗਰਦੌਰੀ ਦੀ ਗੱਲ ਕਰਦੇ ਆ, ਜੀ। ਗਰਦੌਰੀ ਮੈਂ ਪਵਾਤੀ, ਮੈਂ ਡੀਸੀ ਸਾਹਿਬ ਨੂੰ ਚਿੱਠੀ ਲਿਖੀ ਤੀ, ਐਸਡੀਐਮ ਸਾਹਿਬ ਨੂੰ ਵੀ ਲਿਖੀ ਤੀ, ਜੀ ਕਾਪੀਆਂ ਕਰਕੇ। ਤਹਿਸੀਲਦਾਰ ਸਾਹਿਬ ਵੀ ਇੱਥੇ ਖੁਦ ਆਇਆ, ਇੱਥੇ ਆ ਕੇ ਪਟਵਾਰੀ ਗਰਦਾਵਰੀ ਪਾ ਗਿਆ ਜੀ ਦੀ। ਜੀ ਗਰਦਾਵਰੀ ਪਾ ਕੇ ਕੇਸ ਵੀ ਬਣਾਤਾ, ਕੇਸ ਬਣਾ ਕੇ ਉੱਪਰ ਭੇਜਤਾ, ਫਿਰ ਡੀਸੀ ਤੋਂ ਥੱਲੇ ਨੂੰ ਲਿਆ ਕੇ ਜੀ। ਉਰੇ ਆ ਕੇ ਫਿਰ ਉਹ ਜਿਸ ਟਾਈਮ ਉਹਨਾਂ ਨੇ ਪੇਮੈਂਟ ਕਰੀ ਹੈ 42000 ਰੁਪਏ ਦੀ ਇਹਦੀ ਸਬਸਿਡੀ ਦਿੱਤੀ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ 42000 ਰੁਪਏ ਦਾ ਆਟੇ 'ਚ ਨੂਣ ਵੀ ਨਹੀਂ ਹੈਗਾ, ਇੱਥੇ 42000 ਰੁਪਏ ਤਾਂ ਮੈਂ ਟਰੈਕਟਰ ਤੇਲ ਪਾ ਕੇ ਵੀ ਨਹੀਂ ਵਾੜ ਸਕਦਾ ਅੰਦਰ। ਪਰ ਠੀਕ ਹੈ। ਭਾਈ ਜਦੋਂ ਤੁਸੀਂ ਇਹ ਜ਼ਮੀਨ ਦੇਖੀ ਹੋਣੀ ਹੈ ਦੀ, ਜਦੋਂ ਤੁਸੀਂ ਇੱਥੇ ਪਹੁੰਚੇ ਤੁਹਾਡੀ ਅੱਖਾਂ ਸਾਹਮਣੇ ਰੁੜੀਆਂ ਜਿਹੜੀਆਂ ਸਾਹਮਣੇ ਆ ਦੇਖੋ, ਵਾਲ ਚਿੱਟੇ ਜਿਹੜੇ ਹੋਏ ਆ ਉਸੇ ਦਿਨ ਦੇ ਹੋਏ ਹੋਏ ਆ। ਇਹਦੇ ਪਹਿਲਾਂ ਮੇਰੇ ਵਾਲ ਇੱਥੇ ਕਾਲੇ ਸੀ। ਇੰਨੀ ਟੈਨਸ਼ਨ ਤੁਸੀਂ ਟੈਨਸ਼ਨ ਲਈ? ਤਾਂ ਮੈਂ ਸਾਲ ਦੀ, ਮੇਰਾ ਹੁਣ ਮੈਂ ਦਿਮਾਗ ਹੀ ਪੱਥਰ ਵਰਗਾ ਹੋ ਗਿਆ ਮੇਰੇ। ਪਹਿਲਾਂ ਹੀ ਬਥੇਰੀਆਂ ਟੈਨਸ਼ਨ ਆ ਗਈਆਂ, ਮੇਰੇ ਅੰਦਰ ਤਾਕਤ ਹੋ ਗਈ ਉਹਨੂੰ ਸਾਰਨ ਦੀ। ਠੀਕ ਹੈ ਨਾ, ਇੰਨੀ ਹੁਣ ਕਰੀਏ। ਜ਼ਿਆਦਾ ਮਤਲਬ ਹਾਂਜੀ ਹਾਂਜੀ, ਘੱਟ ਤੇ ਘੱਟ ਵੀ ਜੇ ਜ਼ਿਆਦਾ ਨਹੀਂ ਤਾਂ ਮਾਰਕੀਟ ਰੇਟ ਦੇ ਨਾਲ 5 ਕਰੋੜ ਰੁਪਏ ਦਾ ਨੁਕਸਾਨ ਸਿੱਧਾ ਹੀ ਹੈ। ਜ਼ਮੀਨ ਦਾ ਬਾਕੀ ਜਿਹੜਾ ਸਫੈਦਾ ਤੇ ਪਾਪੂਲਰ ਹਟ ਗਿਆ ਉਹ ਵੱਖਰੀ ਗੱਲ ਹੈ। ਨਾਲੇ ਕੌਣ ਖਰੀਦੇਗਾ ਜਿਹੜੇ ਹਾਲਾਤ ਬਣ ਚੁੱਕੇ ਨੇ? ਖਰੀਦਣੀ ਕਿਨੇ ਤੇ ਖਤਮ ਹੋ ਗਈ ਜੀ। ਇਹ ਤਾਂ ਇਹਦਾ ਕਿਸੇ ਟਾਈਮ ਮਾੜੀ ਮੋਟੀ ਮਿੱਟੀ ਇੱਧਰ ਉੱਧਰ ਤੇ ਗਿਰ ਗੂਗੇ, ਕੁਛ ਅਸੀਂ ਆਹ ਕਰਾਂਗੇ ਇਹ ਉੱਪਰ ਕਰਕੇ ਮਾੜਾ ਮੋਟਾ ਪੱਧਰਾ ਜਿਹਾ ਕਰ ਦਾਂਗੇ। ਇਹਦੇ ਵਿੱਚ ਫਸਲ ਕੁਛ ਨਹੀਂ ਹੋਣੀ, ਫਸਲ ਤਾਂ ਛੱਡਣੀ ਹੋਣੀ। ਹਾਂ ਇਹ ਹੁਣ ਵੀ ਜੇ ਸਰਕਾਰ ਸਾਡੀ ਥੋੜੀ ਬਹੁਤੀ ਮਦਦ ਕਰੇ ਆ ਕੇ, ਇਸ ਟਾਈਮ ਵੀ ਉਹ ਬਚਾ ਸਕਦੀ ਹੈ। ਇੱਥੇ ਠੋਕਰਾਂ ਲੱਗਣੀ ਚਾਹੀਦੀ, ਇੱਥੇ ਠੋਕਰ ਲੱਗ ਜਵੇ, ਇੱਥੇ ਠੋਕਰ ਲੱਗ ਜਵੇ। ਬਾਕੀ ਸਿਰੇ ਤੱਕ ਪੱਥਰ ਤਾਂ ਖੈਰ ਗਾਹਾਂ ਜਾ ਕੇ ਮੰਦਿਰ ਤੱਕ ਲਵਾਵਾਂਗੇ, ਕਿਉਂਕਿ ਉਹ ਬਹੁਤ ਜ਼ਰੂਰੀ ਹੈ। ਉੱਥੇ ਵਾਦੀ ਆ, ਉਹ ਕੋਠੀਆਂ ਵੀ ਹੈਗੀਆਂ। ਉਰੇ ਤਾਂ ਪੱਥਰ ਦੀ ਲੋੜ ਨਹੀਂ, ਉਹ ਠੋਕਰਾਂ ਲੱਗ ਜਾਣ 5-4 ਠੋਕਰਾਂ ਲੱਗ ਕੇ, ਠੋਕਰਾਂ ਨਾਲ ਪਾਣੀ ਵੱਜ ਕੇ ਪਾਣੀ ਇਸ ਪਾਸੇ ਨੂੰ ਨਿਕਲੀ ਜਾਊਗਾ, ਫਿਰ ਬਚਾਓ ਹੋ ਜਾਊਗਾ ਕੋਈ ਥੋੜਾ ਬਹੁਤਾ। ਉਹ ਪਰ ਇਹਨਾਂ ਨੇ ਕਰਨਾ ਕੁਝ ਨਹੀਂ ਹੈ। ਇਹ ਸਰਕਾਰ ਕਰੇ ਤਾਂ ਹੈ ਨਾ। ਅਸੀਂ ਤਾਂ ਬਥੇਰੀ ਬੇਨਤੀਆਂ ਕਰਤੀਆਂ ਜੀ। ਮੈਂ ਹੁਣ ਫੇਰ ਲਿਖ ਦੂੰਗਾ ਕਾਪੀ ਡੀਸੀ ਸਾਹਿਬ ਨੂੰ। ਅਸੀਂ ਇੱਕ ਕਾਪੀ ਹੋਰ ਵੀ ਭੇਜਣੀ 5-4 ਦਿਨ ਦੇ ਵਿੱਚ, ਇਹ ਪਿੱਚਨ ਬਾਰੇ ਵੀ, ਇੱਥੇ ਪਿੱਚਨ ਠੋਕਰਾਂ ਲਾਈਆਂ ਜਾਣ। ਬਿਲਕੁਲ ਬਾਈ ਦੀ ਇੰਨੀ ਨੁਕਸਾਨ ਹੋ ਚੁੱਕਿਆ, ਫਿਰ ਵੀ ਇਹ ਗੱਲ ਕਹਿ ਰਹੇ ਨੇ ਕਿ ਲੋਕਾਂ ਨੂੰ ਬਚਾਇਆ ਜਾਵੇ। ਜਿਹੜੇ ਅੱਗੇ ਘਰ ਹੈਗੇ ਨੇ ਸਾਡੇ ਨਾਲ, ਜਿਹੜੇ ਲੋਕ ਹੈਗੇ ਨੇ, ਤੁਹਾਡਾ ਵੀ ਸਾਰਾ ਨੁਕਸਾਨ ਹੋਇਆ ਜੀ? ਤੁਹਾਡੇ ਵੀ ਨੁਕਸਾਨ ਹੋਇਆ? ਨੁਕਸਾਨ ਹੋਇਆ, ਪਾਣੀ ਅੱਗੇ ਤੇ ਚਲਾ ਗਿਆ ਉਹਦਾ, ਪਰ ਫਿਲਹਾਲ ਇਸ ਵਾਰ ਬਚ ਗਏ, ਅਗਲੀ ਵਾਰ ਦਾ ਕੋਈ ਪਤਾ ਨਹੀਂ। ਮਤਲਬ ਜ਼ਮੀਨ ਜਿਹੜੀ ਹੈਗੇ, ਜਿਹੜੇ ਘਰ ਹੈਗੇ, ਜਿਹੜੇ ਸਾਹਮਣੇ ਦਿਖਾਈ ਦੇ ਰਹੇ ਨੇ, ਇਸ ਲਾਈਨ ਨੂੰ ਜ਼ਿਆਦਾ ਨੁਕਸਾਨ ਹੋਇਆ। ਪਾਣੀ ਸਾਡੇ ਘਰਾਂ ਦੇ ਅੱਗੇ ਵੀ ਗਿਆ ਜੀ, ਔਰ ਅੱਛਾ ਮਤਲਬ ਪਾਣੀ ਗਿਆ, ਐਸੀ ਗੱਲ ਨਹੀਂ ਹੈ। ਪਰ ਕਿਸੇ ਭਗਵਾਨ ਦੀ ਕਿਆ ਮਤਲਬ ਉਹ ਠੀਕ ਬਚਾਅ ਹੋ ਗਿਆ। ਬਾਕੀ ਅਜੇ ਨਦੀ ਵਾਲੀ ਜਗ੍ਹਾ ਤੇ ਲਈਆਂ ਹੀ ਕਿਉਂ ਤੁਹਾਨੂੰ? ਪਤਾ ਹੀ ਨਹੀਂ ਤਾਂ, ਅਸੀਂ ਤਾਂ ਮਤਲਬ ਡਿਊਟੀ ਕਰਦੇ ਤੇ ਚੰਡੀਗੜ੍ਹ, ਤੇ ਅਸੀਂ ਉਧਰ ਦੇ ਰਹਿਣ ਵਾਲੇ, ਤੇ ਸਾਨੂੰ ਦੱਸਿਆ ਤਾਂ ਆਹ ਨਾਲਾ ਆਇਆ, ਇੱਥੇ ਪਾਣੀ ਨਹੀਂ ਆਉਂਦਾ। ਉੱਥੇ ਤੱਕ ਦੀ ਦੀਵਾਰਾਂ ਦੀ, ਇੱਥੇ ਤੱਕ ਦੀਵਾਰਾਂ ਸੀਗੀਆਂ ਪੂਰੀਆਂ ਪੱਕੀਆਂ ਕੰਕਰੀਟ ਦੀ। ਇਸ ਕਰਕੇ ਅਸੀਂ ਇੱਥੇ ਬੈਸੇ ਹਾਂ। ਉੱਦਾਂ ਅਸੀਂ ਆਪਣੇ ਆਪ ਹੀ ਇਹੋ ਜਿਹੀ ਚੀਜ਼ ਦਾ ਪਤਾ ਹੁੰਦਾ ਤਾਂ ਕਦੀ ਵੀ ਨਹੀਂ ਇਹ ਮਕਾਨ ਲੈਂਦੇ ਅਸੀਂ ਇੱਥੇ। ਇਸ ਕਰਕੇ ਲੈਣਾ ਪਿਆ ਕਿ ਕੋਈ ਪਤਾ ਹੀ ਹੈ ਹੁਣ ਇਸ ਵੇਲੇ ਕਿੰਨਾ ਹਾਲਾਤ ਖਰਾਬ ਚੱਲ ਰਿਹਾ, ਕਿਉਂਕਿ ਜ਼ਮੀਨਾਂ ਲਈਆਂ ਨਹੀਂ ਜਾਂਦੀਆਂ। ਫਿਰ ਅਸੀਂ ਇੱਥੇ ਆ ਕੇ ਵਸੇ ਤੇ ਚਲੋ ਖੁੱਲੀ ਜਗ੍ਹਾ, ਅਸੀਂ ਹਿਮਾਚਲ ਦੇ ਉੱਧਰਲੇ ਪਾਸੇ ਰਹਿਣੇ ਜਾਂਦੇ। ਉਸ ਹਿਸਾਬ ਨਾਲ ਸਾਨੂੰ ਇਹ ਜ਼ਮੀਨ ਅੱਛੀ ਲੱਗੀ, ਅਸੀਂ ਉਹਨਾਂ ਤੋਂ ਮਤਲਬ ਲੈ ਲਈ। ਸਾਨੂੰ ਉਸ ਲਈ ਦੱਸ ਦਿੰਦੇ ਕਿ ਇੱਦਾਂ ਨਦੀ ਦਾ ਇਹ ਫਲਾਅ ਹੈ ਜਾਂ ਕੁਝ ਵੀ ਪਤਾ ਲੱਗਦਾ ਤਾਂ ਅਸੀਂ ਕਦੀ ਵੀ ਨਾ ਲੈਂਦੇ। ਅਸੀਂ ਛੋਟੇ ਮਕਾਨਾਂ 'ਚ ਰਹਿ ਕੇ ਖੁਸ਼ ਤੇ। ਫਿਰ ਨਕਸ਼ੇ ਪਾਸ ਕੁਝ ਪਾਸ ਹੈ ਜੀ, ਰਜਿਸਟਰੀ ਵੀ ਹੋਈ ਵੀ ਹੈ, ਨਕਸ਼ੇ ਵੀ ਪਾਸ ਹੈ। ਅਜੇ ਤੇ ਵੀ ਅਸੀਂ ਪੇਮੈਂਟ ਕਰ ਰਹੇ ਹਾਂ ਇਹਨਾਂ ਦੀ, ਜੋ ਮਤਲਬ ਟੈਕਸ ਹੈ ਇਹਨਾਂ ਦਾ ਜੋ ਵੀ ਹੈ, ਉਹ ਸਾਰਾ ਕੁਝ ਅਸੀਂ ਪੇਮੈਂਟ ਫੁੱਲ ਪੇਮੈਂਟ ਕੀਤੀ ਹੈ। ਸਾਰੀਆਂ ਮਤਲਬ ਉਹਦੀਆਂ ਪਰਚੀਆਂ ਸਾਡੇ ਕੋਲ ਸਭ ਕੁਝ ਹੈ। ਮਤਲਬ ਤੁਹਾਨੂੰ ਜੋ ਗਲਤ ਦਿਖਾਇਆ ਗਿਆ ਉਹ ਕਿਹਦੇ ਵੱਲੋਂ ਦਿਖਾਇਆ ਗਿਆ? ਸਾਨੂੰ ਕਿਸੇ ਨੇ ਵੀ ਉਸ ਲਈ ਇਹ ਨਹੀਂ ਦੱਸਿਆ ਸੀ ਕਿ ਇੱਥੇ ਨਦੀ ਹੈ। ਉਸਲੇ ਸਾਨੂੰ ਨਾਲਾ ਦੱਸ ਕੇ, ਅਸੀਂ ਬਾਹਰ ਦੇ ਹੈਗੇ ਹਾਂ, ਅਸੀਂ ਹਿਮਾਚਲ ਦੇ ਹੈਗੇ ਹਾਂ, ਅਸੀਂ ਇੱਥੇ ਆ ਕੇ ਤਾਂ ਇਸੇ ਕਰਕੇ ਕਿ ਜੀ ਇੱਥੇ ਕੁਝ ਨਹੀਂ ਹੁੰਦਾ, ਇੱਥੇ ਬਿਲਕੁਲ ਸਹੀ ਹੈ। 12 ਮੰਦਿਰ ਬਣੇ ਹੋਏ ਹੈ, ਭਗਵਾਨ ਦਾ ਘਰ ਹੈ, ਐਸੀ ਕੋਈ ਗੱਲ ਨਹੀਂ ਹੈ। ਸਾਡੇ ਵਿੱਚ ਕਿਸੇ ਨੇ ਐਸੀ ਮਤਲਬ ਉਹ ਨਹੀਂ ਦੱਸੀ ਕਿ ਇੱਥੇ ਪਾਣੀ ਆਉਂਦਾ ਜਾਂ ਕੁਛ ਆਉਂਦਾ। ਜਿਲੇ ਅਸੀਂ ਬਣਾ ਰਹੇ ਤੇ ਨਾ ਸਾਨੂੰ ਕਿਸੇ ਗਵਰਨਮੈਂਟ ਨੇ ਰੋਕਿਆ ਕਿ ਨਾ ਕਿਸੇ ਨੇ ਰੋਕਿਆ। ਉਸ ਵੇਲੇ ਵੀ ਰੋਕਦੇ ਸ਼ਾਇਦ, ਅਸੀਂ ਉਸ ਵੇਲੇ ਇੰਨਾ ਪੈਸਾ ਰੋਕਿਆ ਕਦੇ? ਹੁਣ ਨਹੀਂ ਰੋਕਿਆ ਕਿਸੇ ਨੇ ਵੀ। ਅੱਜ ਤੋਂ 2 ਮਹੀਨੇ ਪਹਿਲਾਂ ਵੈਸੇ ਇੱਕ ਨੋਟਿਸ ऐसा फेंक गए थे, दे के नहीं गए ਸਾਡੇ ਕੋਲ ਕੁਝ ਵੀ। ਅੱਛਾ, ਨੋਟਿਸ ਉੱਦਾਂ ਛੱਡ ਗਏ ਘਰ 'ਚ, ਉਹਦੇ ਤੇ ਕੁਝ ਨਹੀਂ ਲਿਖਿਆ ਹੈ ਕਿ ਜੀ ਇਹ ਨਦੀ ਦੀ ਜਗ੍ਹਾ ਹੈ, ਇੰਨਾ ਲਿਖ ਕੇ ਕੁਝ ਨਹੀਂ। ਉਹੀ ਪੰਜਾਬੀ 'ਚ ਲਿਖਿਆ था। ਨਦੀ ਦੀ ਜਗ੍ਹਾ ਹੈਗੀ ਹੈ, ਤੁਹਾਡਾ ਵੀ ਘਰ ਇੱਥੇ ਹੈਗੇ ਜੀ? हाँ जी, मेरा घर वो रहा सामने। अभी यहाँ से तो थोड़ी दूरी रहा, देखो मिट्टी कितनी चली गई है। जी। तो उस दिन भी हम लोगों को मतलब देखो एकदम से पानी आया, जी। तो अभी भी डर है कि नहीं मतलब कभी भी बारिश हो, हिमाचल पहाड़ों पे ज्यादा बारिश होती है तो यहाँ पे नदी एकदम से अपना फ्लो जो वो बढ़ा देती है। कितना नुकसान हुआ, हम लोगों ने हर किसी के आगे अपना रोना रोया। किसी ने भी आगे कोई आके हमारी हेल्प नहीं करी। बस यही कभी बोलते हैं, प्रशासन भी बोलता है कि इलीगल है, कभी कुछ बोलते हैं, कभी कुछ बोलते हैं। फिर हमने प्रभासरा अपने भाई शमशेर सिंह जी हैं, उनके आगे थोड़ा सा बोले कि नहीं हमारी हेल्प करो। वो तो आके उन्होंने हमारी अपनी सारी टीम
ਤੁਹਾਡੇ ਨਕਸ਼ਾ ਪਾਸ ਹੈਗਾ, ਨਕਸ਼ਾ मीटर मूटर सब कुछ लग गया? सब नक्शे पास है हमारे, नक्शे पास होने जिसकी फीस भरी जाती है कमेटी में कितने वो साल है। हो गए घर बने ਨੂੰ? मेरे को हो गए 6 साल हो गए। 2015 में प्लॉट लिया था और 16 में मैंने घर बनाना स्टार्ट कर दिया था और 18 में हम लोग अपने इधर आ गए थे। ਮਤਲਬ ਨਕਸ਼ਾ ਹੁਣ ਉੱਥੇ ਕੀ ਨੋਟਿਸ ਤੁਹਾਨੂੰ ਕੀ ਦੇ ਕੇ ਗਏ ਨੇ? नहीं मेरे को नहीं मिला नोटिस, ਤੁਹਾਨੂੰ मुझे नहीं देख- मिला, नहीं मुझे नोटिस नहीं मिला। लेकिन मतलब अभी पास में ये नदी देखो कितनी दूर है, वो सामने मेरा घर है, ज्यादा दूर तो है नहीं। मिट्टी अपने आप ही गिरी जा रही है, ਲਗਾਤਾਰ हाँ लगातार बिना बारिश के गिरी जा रही, क्योंकि इसकी स्पोर्ट जो भी थी वो सारी हट गई है। तो ये रेता है, पूरा रेता है, नदी है यहाँ पे, है ना। कितनी बड़ी छोटी सी नाला बता के देखो, अब कितनी बड़ी नदी ने अपनी जगह बना ली है। 2019 में आया था तब थोड़ा सा वो साइड वाले घर गिरे थे 3, अब उस दोबारा फिर से वहीं पे नुकसान। अब देखो पानी ऊपर तक गया हुआ था जो इसका बंद था। ਅਗਰ ਪ੍ਰਭ ਬਾਸਰਾ ਤੁਹਾਡੀ ਹੈਲਪ ਨਾ ਕਰਦਾ ਤਾਂ ਸ਼ਾਇਦ ਇਹ ਜਿਹੜੀ ਤੁਹਾਡੀ ਜਗ੍ਹਾ ਹੈਗੀ ਇਦੋਂ ਪਹਿਲਾਂ ਇਹ बिल्कुल बिल्कुल, हम लोग उस दिन भी बहुत घबराए हुए थे। मतलब पूरा वो था कि हमने इतने इनसे विजिट करे, जाके बोला कि नहीं हमारी हेल्प करो। प्रशासन ने कोई हेल्प नहीं करा। इनने भी, भैया ने भी सभी को मतलब मेल करी हैं, सभी को मतलब लेटर लिखे हैं, स्पीड पोस्ट करके लेटर भेजे हुए हैं, लेकिन किसी ने भी कोई मतलब वो नहीं किया। थोड़ा सा करा है लेकिन उसके बाद उतना अच्छा रिजल्ट नहीं मिला हमें। लास्ट ਤੁਸੀਂ ਕੀ ਚਾਹੁੰਦੇ ਹੋ ਹੁਣ ਇਹਦਾ ਹੱਲ ਕੀ ਸਰਕਾਰ ਕਰ ਸਕਦੀ ਹੈ ਜਾਂ ਨਕਸ਼ੇ ਤੁਹਾਡੇ ਪਾਸ ਨੇ, ਤੁਸੀਂ ਟੈਕਸ ਦੇ ਰਹੇ ਹੋ, ਸਾਰਾ ਕੁਝ ਤਾਂ ਤੁਸੀਂ ਦੇ ਰਹੇ ਹੋ? नहीं, हम लोग ये चाहते हैं, देखो ये तो नदी है, नदी तो अपना रूप लेगी। ये तो हम लोग इधर चाहे कितनी बड़ी भी वो कर दें, हम लोग फिर भी सेफ नहीं है। तो हम प्रशासन से ही मांग करते हैं कि हम लोगों को जितना भी पैसा लगा है, हमारे नक्शे पास हैं, इलीगल तो हो ही नहीं सकता, हमारे पास प्रूफ है। ये तो नहीं है कि हमने 2 नंबर में घर बनाए हैं या ऐसे बना लिया, ऐसा कुछ नहीं है हमारे। या फिर कहीं और जगह शिफ्ट किया जाए या हमें पूरा खर्चा दिया जाए, यहाँ से उठा दिया जाए हमें, मतलब दूसरी जगह पे शिफ्ट कर दो। क्योंकि ये तो नदी है ना, एक जगह 19 में थोड़ी सी आई, 23 में इतनी आई, हो सकता है 26-27 में पूरा रूप ले ले अपना। ये हम तो कोई भी सेफ नहीं है ना। ਤੁਹਾਡੀ ਅੱਖਾਂ ਸਾਹਮਣੇ ਉਦੋਂ ਤਾਂ ਤੁਸੀਂ ਪਰਿਵਾਰ ਤੋਂ ਸ਼ਿਫਟ ਹੋ ਗਏ ਸੀ ਉਸ ਦਾ? बिल्कुल, इतना बड़ा घर बना के उस टाइम देखो सभी ने हमें बोल दिया कि नहीं लॉक लगाओ, घरों से निकलो। हम 2 दिन, सारी कॉलोनी वाले सारे 2 दिन घर बाहर निकले हैं। कईयों के तो उधर हमारे पड़ोसी, उनके घर के अंदर फर्श बैठ गया। ये भाई साहब है, इनकी दीवार पीछे मंदिर तक का पूरा वो नुकसान ਤੁਸੀਂ हुआ है। ਸਾਰੇ ਹਿਮਾਚਲ ਦੇ ਰਹਿਣ ਵਾਲੇ ਹੋ ਜਿਹੜੇ ਇੱਥੇ ਘਰ ਹੈਗੇ ਜ਼ਿਆਦਾतर? हिमाचल के ही हैं सारे, हाँ जी हाँ जी। ਅੱਛਾ, ਹਾਂਜੀ। ਸਾਰੇ ਉਹ ਇਕੱਠੇ ਤੁਸੀਂ ਮਿਲ ਕੇ ਜਗ੍ਹਾ ਲਈ ਸਾਰਿਆਂ ਨੇ ਇੱਥੇ? हाँ जी, सारे ने इकट्ठे मिलके ली ये जगह। ਮਤਲਬ ਜੋ ਸੇਵਾ ਕਰ ਰਿਹਾ ਸ਼ਮਸ਼ੇਰ ਸਿੰਘ ਦੀ ਜਿਹੜੀ ਪ੍ਰਭ ਆਸਰਾ ਉਹੀ ਕਰ ਰਹੀ ਹੈ ਸਾਰੀ? इस टाइम तो वही कर रहे हैं जी। ਜੀ भाई शमशेर सिंह जी जो है 23 तारीख को यहाँ पे आके खड़े हो गए हैं। उसके बाद ही प्रशासन अगले दिन अपनी मशीनें लेके आया है, ਜੀ लेकिन वो दोपहर बाद तक मशीनें उनकी फेल हो गई और वापस चले गए। ਅੱਛਾ ਅੱਛਾ, ਪ੍ਰਸ਼ਾਸਨ ਆਇਆ हाँ जी, लेकिन कर नहीं पाए कुछ भी। तो भाई जी ने ही अब बीड़ा उठाया है और आप देख रहे हैं कि सामने जो पाइपें हैं, जो रुकावट बनी हुई थी, ये सारी हटा दी गई है। ਜੀ ਜੀ ਤੇ ਹੁਣ ਥੋੜੀ ਦੇਰ ਰਾਹਤ महसूस हो रही है ਜੀ ਜੀ कि पानी का फ्लो इधरों हो जाए तो कम से कम परली तरफ जो जमीन का कटाव है ये रुक सकता है, रुक बिल्कुल। जाएगा। ਮਤਲਬ ਜੋ ਉੱਥੇ ਪਾਈਪਾਂ ਜੇਕਰ ਪ੍ਰਭ ਆਸਰਾ ਮੌਕੇ ਤੇ ਨਾ ਕਰਦਾ ਤਾਂ ਜੇ ਹਾਂ। ਪ੍ਰਸ਼ਾਸਨ ਨੇ ਹੱਥ ਖੜੇ ਕਰਤੇ ਸੀ? हाँ जी, तो अगर प्रभ आसरा वाले अगर हमारे रक्षा के लिए आगे नहीं आते ਜੀ ਜੀ तो हो सकता है कि हमारे मकान भी जो है ना ਜੀ ਜੀ नदी की भेंट चढ़ जाते। ਸੋ ਅਸੀਂ ਸਾਡੇ ਨਾਲ ਸਤਿਕਾਰਯੋਗ ਸਾਡੇ ਪ੍ਰਭ ਆਸਰਾ ਦੇ ਪ੍ਰਬੰਧਕ ਹੈਗੇ ਨੇ, ਮੁੱਖ ਪ੍ਰਬੰਧਕ ਨੇ ਸ਼ਮਸ਼ੇਰ ਸਿੰਘ, ਸਰਦਾਰ ਸ਼ਮਸ਼ੇਰ ਸਿੰਘ ਜੀ। ਬਹੁਤ ਅਸੀਂ ਕਹੀਏ ਕਿ ਲੋਕਾਂ ਨੂੰ ਜਿਹੜਾ ਪੁੰਨ ਜਿਹੜਾ ਕਹਿ ਰਹੇ ਨੇ ਸਾਰੇ, ਕਹਿੰਦੇ ਵੀ ਜੇਕਰ ਤੁਸੀਂ ਰੱਬ ਕਹਿੰਦੇ ਨੇ ਕਿਸੇ ਰੂਪ ਵਿੱਚ ਵੀ ਹਾਜ਼ਰ ਹੁੰਦਾ, ਜੇਕਰ ਇਹ ਪਾਈਪਾਂ ਨੂੰ ਨਾ ਹਟਾਇਆ ਜਿੱਥੇ ਪ੍ਰਸ਼ਾਸਨ ਨੇ ਹੱਥ ਖੜੇ ਕੀਤੇ, ਕਹਿੰਦੇ ਉੱਥੇ ਪ੍ਰਭ ਆਸਰੇ ਨੇ ਸਾਡੇ ਹੱਥ ਫੜੇ। ਕਹਿੰਦੇ ਨਹੀਂ, ਇਹ ਤੇ ਡਿਊਟੀ ਬਣਦੀ ਹੈਗੀ ਸਾਡੀ ਸਾਰੀ। ਸਮਾਜ ਜਿਹੜਾ ਹੁੰਦਾ ਇੱਕ ਆਪਸ ਵਿੱਚ ਸਮਾਜ ਸਮੂਹ, ਇਹ ਇੱਕ ਉਹਨੂੰ ਪਰਿਵਾਰ ਦਾ ਹੀ ਲਾਈਕ ਹਿੱਸਾ ਮੰਨਿਆ ਜਾਂਦਾ। ਜੀ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਜੋ ਹਾਲਾਤ ਦੇਖੇ ਅਸੀਂ, ਪੰਜਾਬ ਹੀ ਸਾਰਾ ਮੈਨੂੰ ਲੱਗਦਾ ਵੀ ਹੜ੍ਹਾਂ ਦੇ ਕਾਰਨ ਹੜ੍ਹਦਾ ਜਾ ਰਿਹਾ ਸੀ ਅਲੱਗ-ਅਲੱਗ ਜਗ੍ਹਾ ਤੇ। ਜੀ ਜੀ ਕਦੇ ਸਰਦੂਲਗੜ੍ਹ ਤੋਂ ਫੋਨ ਆਉਂਦੇ ਸੀ, ਕਦੇ ਫਿਰੋਜ਼ਪੁਰ ਤੋਂ ਆਉਂਦੇ ਸੀ, ਤੇ ਕਦੇ ਅਲੱਗ-ਅਲੱਗ ਕਹਿ ਲਓ ਵੀ ਜਿਹਨੂੰ ਗੁਰਦਾਸਪੁਰ, ਟਾਂਡਾ ਉਸ ਏਰੀਏ ਤੋਂ ਆਉਂਦੇ ਸੀ। ਤੇ ਫਿਰ ਇੱਧਰ ਜਦੋਂ ਸਾਨੂੰ ਪਤਾ ਲੱਗਿਆ ਵੀ ਕਰਾਲੀ ਦੇ ਵਿੱਚ ਇੰਨੇ ਵੱਡਾ ਪੱਧਰ ਤੇ ਜੀ ਨੁਕਸਾਨ ਹੋਇਆ, ਵੀ ਸਵਾਰਥੀ ਲੋਕਾਂ ਨੇ, ਬਿਜ਼ਨਸਮੈਨਾਂ ਨੇ ਜੀ ਜੀ ਕੁਦਰਤੀ ਫਲੋ ਰੋਕ ਦਿੱਤਾ। ਜੀ ਤੇ ਐਡੀ ਵੱਡੀ ਜਿਹੜੀ ਨਦੀ ਸੀ ਜਿਹਦੇ ਵਿੱਚ ਤੁਸੀਂ ਅੱਗੇ ਪਿੱਛੇ ਪੁਲ ਦੇਖ ਸਕਦੇ ਹੋ, ਵੱਡੇ ਵੱਡੇ ਪੁਲ ਲਾ ਕੇ ਜਦੋਂ ਅਸੀਂ ਪਰ ਸੈਕਿੰਡ ਦੇ ਹਿਸਾਬ ਨਾਲ ਦੇਖਿਆ ਵੀ ਕਿੰਨਾ ਕੁ ਪਾਣੀ ਇਥੋਂ ਨਿਕਲਦਾ ਹੈ, ਤਾਂ ਉਹ ਪੁਲ ਵੀ ਅਸੀਂ ਮਹਿਸੂਸ ਕਰਦੇ ਹਾਂ ਵੀ ਛੋਟੇ ਆ ਜੀ। ਤੇ ਸਰਕਾਰ ਨੇ ਬੜੀਆਂ ਕੈਲਕੂਲੇਸ਼ਨਾਂ ਕਰਕੇ ਉਹ ਪੁਲ ਬਣਾਏ ਸੀ। ਤੇ ਉਹ ਪੁਲ ਬਣਾਉਣ ਦੀ ਕੀ ਲੋੜ ਸੀ, ਜੇਕਰ ਇਹਨਾਂ ਪੈਪਾਂ ਵਿੱਚ ਵੀ ਪਾਣੀ ਨਿਕਲ ਸਕਦਾ ਸੀ ਤੇ ਫਿਰ ਐਡੇ ਵੱਡੇ ਵੱਡੇ ਪੁਲ ਬਣਾਉਣ ਦੀ ਕੀ ਲੋੜ ਸੀ। ਇਸ ਕਰਕੇ ਇਹ ਮਤਲਬ ਇੰਨੀਆਂ ਅੱਖਾਂ ਮੀਚ ਕੇ ਸਵਾਰਥ ਦੀ ਭੇਟ ਸ਼ਹਿਰ ਨੂੰ ਤੇ ਇਹਨਾਂ ਨਾਗਰਿਕਾਂ ਨੂੰ ਜਿਹੜਾ ਚੜਾਇਆ ਗਿਆ, ਇਹ ਬਹੁਤ ਹੀ
ਲੋਕਤੰਤਰ ਦਾ ਘਾਣ ਹੈਗਾ, ਜੀ। ਬੜੀ ਮੰਦਭਾਗੀ ਦੁਖਦਾਈ ਐਟੀਟਿਊਡ ਹੈ ਸਾਡਾ। ਜੀ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਇਹ ਐਕਸੈਪਟੇਬਲ ਨਹੀਂ ਹੈਗਾ ਨਾਗਰਿਕ ਲਈ, ਹੈ ਨਾ। ਨਾਗਰਿਕ ਦੀ ਜਾਨ ਇਹ ਲੋਕ ਕਹਿ ਰਹੇ ਨੇ ਕਿ ਅਸੀਂ ਹਿਮਾਚਲ ਤੋਂ ਆਏ, ਅਸੀਂ ਸੋਚਿਆ ਕਿ ਜਿਹੜੀ ਇਹ ਕੁਦਰਤੀ ਏਰੀਆ ਹੈਗਾ ਸੀ ਇੱਥੇ ਆ ਕੇ ਵਸਦੇ ਆ, ਪਰ ਇਹਨਾਂ ਨੂੰ ਕਹਿੰਦੇ ਸਾਨੂੰ ਨਹੀਂ ਪਤਾ ਸੀ ਕਿ ਇਹ ਛੋਟੀ ਜਿਹੀ ਕਹਿੰਦੇ ਨਦੀ ਹੈਗੀ ਹੈ, ਦਿਖਾਇਆ ਗਿਆ। ਇੱਕ ਤੁਸੀਂ ਤਾਂ ਇੱਥੋਂ ਦੇ ਰਹਿਣ ਵਾਲੇ, ਤੁਹਾਨੂੰ ਇਸ ਚੀਜ਼ ਦਾ ਤਾਂ ਜ਼ਿਆਦਾ ਪਤਾ ਹੈ ਕਿਸ ਤਰੀਕੇ ਦਾ ਨਦੀ ਦਾ। ਏਕੜਾਂ ਦੇ ਵਿੱਚੋਂ ਵਹਿ ਰਹੀ ਨਦੀ ਤੁਸੀਂ ਦੇਖੋਗੇ ਪਤਾ ਲੱਗ ਰਿਹਾ ਰੇਤਾ ਨਿਕਲ ਰਿਹਾ। ਜੀ ਇਹ ਬੜਾ ਸਦੀਆਂ ਤੋਂ ਵਹਿੰਦੀ ਆ ਰਹੀ ਹੈ, ਦਹਾਕਿਆਂ ਤੋਂ ਸਦੀਆਂ ਤੋਂ ਵਹਿੰਦੀ ਆ ਰਹੀ ਹੈਗੀ ਹੈ। ਨਦੀ ਬੜੀ ਚੌੜੀ ਇੱਥੇ। ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਉਹ ਜਿਹੜੇ ਪੁਲ ਹੈ ਨਾ, ਜੀ ਉਹ ਇਹ ਸਿੱਧ ਕਰ ਰਹੇ ਹੈ, ਸ਼ੋਅ ਕਰ ਰਹੇ ਹੈ ਜੀ। ਕਿ ਇੱਥੇ ਪਾਣੀ ਦਾ ਵਹਾਅ ਕਿੰਨਾ ਕੁ ਹੈ ਤੇ ਜੀ। ਕਿੰਨਾ ਵੋਲੀਅਮ ਨਾਲ ਪਾਣੀ ਆਉਂਦਾ ਹੈ ਤੇ ਕਿੰਨੀ ਪਟਿਆਲਾ ਕੀ ਰਾਓ ਕੀ ਜੈਂਤੀ ਕੀ ਰਾਓ ਕੀ ਉਹ ਦੂਜੀ ਜਿਹੜੀਆਂ ਹੈਗੀਆਂ ਖਰੜ ਵਾਲੀਆਂ ਸਾਰੀਆਂ ਚ ਮਿਲਾ ਦਿੱਤੀਆਂ ਗਈਆਂ। ਜੀ ਜੀ ਇਹਦੀ ਇੱਕ ਤਾਂ ਜਿਹੜੇ ਸਵਾਰਥੀ ਲੋਕਾਂ ਨੇ ਪਾਸ ਕਰ ਦਿੱਤੇ। ਜੀ ਇਹਨਾਂ ਦਾ ਨਾਗਰਿਕਾਂ ਦਾ ਕੀ ਕਸੂਰ ਹੈ? ਭਾਵੇਂ ਕੋਈ ਹਰਿਆਣੇ ਤੋਂ ਆਇਆ, ਜੀ, ਭਾਵੇਂ ਬਿਲਕੁਲ। ਪੰਜਾਬ ਦੇ ਅਲੱਗ ਜ਼ਿਲ੍ਹੇ ਚੋਂ ਆਇਆ, ਭਾਵੇਂ ਹਿਮਾਚਲ ਤੋਂ ਆਇਆ, ਨਾਗਰਿਕ ਹੈ ਸਾਡੇ ਦੇਸ਼ ਦਾ। ਜੀ ਮਤਲਬ ਜਦੋਂ ਇਹਨਾਂ ਨੇ ਫੀਸਾਂ ਦਿੱਤੀਆਂ, ਪਾਸ ਕਲੋਨੀ ਪਾਸ ਕੀਤੀ ਗਈ ਹੈ, ਦੂਜੀ ਗੱਲ ਹੀ ਨਹੀਂ ਰਹਿ ਜਾਂਦੀ ਕਿ ਇਲੀਗਲ ਹੈ। ਬਿਲਕੁਲ। ਇਲੀਗਲ ਵਾਲਾ ਸ਼ਬਦ ਹੀ ਖਤਮ ਹੋ ਜਾਂਦਾ। ਜੇ ਇਲੀਗਲ ਹੈਗਾ ਤੇ ਫਿਰ ਇਲੀਗਲ ਡਿਪਾਰਟਮੈਂਟ ਹੋਊਗਾ ਜਿਹਨੇ ਜੀ। ਪਾਸ ਕੀਤੀ, ਨਾ ਕਿ ਨਾਗਰਿਕ ਹੈਗਾ। ਜੀ। ਨਾਗਰਿਕ ਨੇ ਫੀਸ ਦਿੱਤੀ ਹੈ। ਜੀ, ਜੀ। ਫੀਸ ਕਦੋਂ ਲਈ ਜਾਂਦੀ ਹੈ? ਬਿਲਕੁਲ। ਜਦੋਂ ਉਸ ਜਗ੍ਹਾ ਦੀ ਕਲੀਅਰੈਂਸ ਕੇ ਸਾਰੇ ਡਿਪਾਰਟਮੈਂਟਾਂ ਵੱਲੋਂ ਕਿ ਨਹੀਂ ਇੱਥੇ ਡਿਵੈਲਪ ਕੀਤੀ ਜਾ ਕਿੰਨੇ ਸਕਦੀ। ਕੁ ਲੋਕਾਂ ਨੂੰ ਇੱਥੇ ਜਿਹੜੇ ਨੋਟਿਸ ਆਏ ਨੇ, ਇਨਲੀਗਲ ਦੇ ਨੋਟਿਸ ਆਏ ਨੇ? ਇੱਕ ਨੂੰ ਆ ਜਾਏ ਭਾਵੇਂ 100 ਨੂੰ ਆ ਜਾਏ, ਤੇ ਇਹ ਤਾਂ ਕੋਈ ਸਵਾਲ ਮੈਨੂੰ ਬਿਲਕੁਲ। ਲੱਗਦਾ ਵੀ ਇੱਕੋ ਜਿਹਾ ਹੀ ਹੈਗਾ। ਜਦੋਂ ਬਿਲਕੁਲ। ਤੁਸੀਂ ਨਾਗਰਿਕ ਤੋਂ ਫੀਸਾਂ ਲੈ ਕੇ ਉਹਨੂੰ ਇਲੀਗਲ ਕਹੋਗੇ ਤੇ ਇਹ ਤਾਂ ਤੁਸੀਂ ਡਬਲ ਕ੍ਰਾਈਮ ਕਰ ਰਹੇ ਹੋ ਉਹਨਾਂ ਦੇ ਉੱਤੇ। ਤੇ ਇਹਨਾਂ ਚੀਜ਼ਾਂ ਨੂੰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਰੰਤ ਗੰਭੀਰਤਾ ਨਾਲ ਵਿਚਾਰੇ ਜੀ ਤੇ ਨਾਗਰਿਕ ਨੂੰ ਇਨਸਾਫ ਦੇਵੇ। ਜੀ ਤੇ ਡਿਪਾਰਟਮੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਸੰਬੰਧਿਤ ਕਿ ਇੱਥੇ ਸਫਾਈ ਹੋਣੀ ਚਾਹੀਦੀ ਹੈਗੀ ਹੈ ਇਸ ਏਰੀਏ ਦੇ ਵਿੱਚ। ਜਿਸ ਤਰੀਕੇ ਨਾਲ ਨੈਚੁਰਲ ਫਲੋ ਜਿਹੜੇ ਹੈਗੇ ਆ, ਜੀ ਜਿਹੜੇ ਤਾਂ ਬੰਦ ਕਰਨ ਦੇ ਨਾਲ ਆ 2.5 ਏਕੜ ਲੈਂਡ ਜਿਹੜੀ ਹੈਗੀ ਇਹ ਵੀ ਭੇਟ ਚੜ ਗਈ ਨਦੀ ਦੀ, ਹੈ ਨਾ। ਜੀ ਜੀ ਤੇ ਉਹੀ ਜਾਣਦਾ ਹੈਗਾ ਜਿਹੜਾ ਇਸ ਦੀ ਮਾਨਸਿਕ ਪੀੜਾ ਚੱਲ ਰਿਹਾ ਹੈਗਾ। ਜੀ ਇੰਨੀਆਂ ਮਤਲਬ ਇੱਥੇ ਕੋਠੀਆਂ ਗਿਰਨ ਤੋਂ ਬਾਅਦ ਜੀ ਜੀ ਮਤਲਬ ਇਹਨਾਂ ਨੇ ਦੇਖਿਆ ਵੀ ਕੋਈ ਹੱਲ ਨਹੀਂ ਦਿਖਦਾ ਤੇ ਫਿਰ ਆਪਣੇ ਲੈਵਲ ਤੇ ਕੋਸ਼ਿਸ਼ ਕਰਕੇ ਜੀ ਜੀ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਤਲਬ ਲੱਗੇ ਹਾਂ ਕਿ ਇਹ ਜਿਹੜਾ ਵੱਡੀ ਰੁਕਾਵਟ ਹੈਗੀ ਹੈ ਵੀ ਜੀ। ਕੁਦਰਤੀ ਫਲੋ ਨੂੰ ਜੀ ਰੋਕਿਆ ਗਿਆ, ਜੀ ਜਿਸ ਦੇ ਕਾਰਨ ਮਤਲਬ ਉਹਨੇ ਆਪਣਾ ਰਸਤਾ ਪਾਣੀ ਦੀਆਂ ਪ੍ਰਸ਼ਾਸਨ ਲਹਿਰਾਂ। ਪਹੁੰਚਿਆ ਸੀ ਇੱਥੇ? ਪ੍ਰਸ਼ਾਸਨ ਦੇ ਵਿੱਚ ਕੋਈ ਮਤਲਬ ਕੋਈ ਐਸਡੀਓ ਲੈਵਲ ਤੇ ਹੀ ਬੰਦੇ ਪਹੁੰਚੇ ਹੈਗੇ ਆ ਜੀ। ਜਿਨ੍ਹਾਂ ਦੇ ਕੋਲ ਪਾਵਰ ਕੋਈ ਨਹੀਂ ਹੁੰਦੀ ਡਿਸੀਜਨ ਲੈਣ ਦੀ। ਜੀ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਜਿਹੜੇ ਐਡਮਿਨਿਸਟ੍ਰੇਟਰ ਹੈਗੇ ਜਿਸ ਲੈਵਲ ਤੇ ਮਤਲਬ ਉਹਨਾਂ ਨੂੰ ਕੋਈ ਹਦਾਇਤ ਕੀਤੀ ਜਾ ਜੀ। ਸਕਦੀ ਹੈ ਤੇ ਉਸ ਲੈਵਲ ਤੇ ਵੱਡੇ ਪੱਧਰ ਤੇ ਕਮੀ ਮਹਿਸੂਸ ਕੀਤੀ ਗਈ ਹੈ ਵੀ ਇੱਥੇ ਪਹੁੰਚੇ ਜੀ ਇਹ ਪਹੁੰਚੇ ਨਹੀਂ ਹੈਗੇ। ਤੇ ਜਦੋਂ ਪਾਣੀ ਇੱਥੇ ਅਸੀਂ ਦੇਖ ਰਹੇ ਸੀ ਕਿ 10 ਤੋਂ 12 ਫੁੱਟ ਉਹ ਤੁਸੀਂ ਪਾਈਪ ਜਿਹੜਾ ਤੁਸੀਂ ਦਿਖਾ ਸਕਦੇ ਹੋ, ਚਿੱਟਾ ਜਿਹਾ ਪਾਈਪ ਜਿਹੜਾ ਹੈਗਾ ਨਾ, ਜੀ ਜੀ ਇਹ ਮੈਨੂੰ ਲੱਗਦਾ ਸਵੇਰੇ 10 ਵਜੇ ਦਿਖ ਨਹੀਂ ਰਿਹਾ ਸੀ, 12 ਕੁ ਵਜੇ 1 ਫੁੱਟ ਤੱਕ ਦਿਖ ਰਿਹਾ ਸੀ। ਸ਼ਾਮ ਨੂੰ ਜੀ ਮਤਲਬ ਇੰਨਾ ਜਿਹੜਾ ਸੀ ਉਹ ਨੰਗਾ ਹੋ ਚੁੱਕਿਆ ਸੀ। ਕਹਿਣ ਦਾ ਮਤਲਬ ਵੀ 10 ਤੋਂ 12 ਫੁੱਟ ਜਿਹੜਾ ਸੀ ਜ਼ਮੀਨ ਉਧਰ ਨੂੰ ਹਟ ਚੁੱਕੀ ਸੀ, ਮਕਾਨ ਸਾਹਮਣੇ ਹੈ। ਔਰ ਅਸੀਂ ਇਹੀ ਦਵਾਈ ਪਾ ਰਹੇ ਸੀ ਵੀ ਸ਼ਹਿਰ ਨੂੰ ਬਚਾਓ, ਕਲੋਨੀ ਨੂੰ ਬਚਾਓ, ਨਾਗਰਿਕਾਂ ਨੂੰ ਬਚਾਇਆ ਜਾਵੇ। ਜੀ ਜੀ ਤੇ ਪਰ ਇਸ ਚੀਜ਼ ਦੇ ਵਿੱਚ ਵੱਡੀ ਘਾਟ ਮਹਿਸੂਸ ਹੋਈ ਹੈ, ਜਿਸ ਜੀ। ਕਰਕੇ ਫਿਰ ਪ੍ਰਵਾਸਰਾਂ ਨੂੰ ਦਿਨ ਰਾਤ ਮਸ਼ੀਨਾਂ ਬਦਲ ਕੇ ਇੱਥੇ ਇਹ ਰਸਤਾ ਖੋਲ੍ਹਣਾ ਪਿਆ। ਹੁਣ ਇਹਨਾਂ ਨੂੰ ਬ੍ਰੇਕ ਕਰਕੇ ਪਾਈਪਾਂ ਨੂੰ ਤੇ ਲਾਈਕ ਪਰਲੇ ਪਾਸੇ ਬੰਨ ਬਣਾਉਣ ਦਾ ਜਿਹੜਾ ਹੈ ਕੰਮ ਸ਼ੁਰੂ ਕੀਤਾ ਗਿਆ ਤਾਂ ਕਿ ਜਿਹੜਾ ਕਲੋਨੀ ਨੂੰ ਸਿੱਧਾ ਜੀ ਧੱਕ ਪੈ ਰਹੀ ਸੀ ਪਾਣੀ ਦੀ ਜੀ, ਤੇ ਜੀ। ਪਿੱਛੇ ਪ੍ਰੈਸ਼ਰ ਵੱਧ ਰਿਹਾ ਸੀ। ਜੀ ਜੀ ਉਹ ਪਿੱਛੇ ਵੀ ਟੈਂਕੀ ਜਿਹੜੀ ਆ ਉਹ 10 ਜੀ, ਫੁੱਟ ਰਹਿ ਗਈ ਹੈਗੀ, ਜੀ, ਜੀ। ਉਧਰ ਨੂੰ ਵੀ ਪਾਣੀ ਵੱਧ ਰਿਹਾ ਸੀ। ਜੀ, ਜੇਕਰ ਉਹ ਟੈਂਕੀ ਗਿਰ ਜਾਂਦੀ ਹੈ ਜੀ ਜੀ ਤੇ ਸਾਰੀ ਕਰਾਲੀ ਖਤਮ ਹੋ ਜਾਏਗੀ, ਤਬਾਹ ਹੋ ਜਾਏਗੀ। ਹੁੰਦਿਆਂ ਆਪਾਂ ਦੇਖ ਰਹੇ ਹਾਂ ਪਿੱਛੇ ਕਿੰਨਾ ਬਾਸਾ ਨੁਕਸਾਨ ਦਾ ਹੋਇਆ। ਕੋਈ ਨਿੱਜੀ ਸਵਾਰਥ ਤਾਂ ਨਹੀਂ ਹੈਗਾ ਇਹਦੇ ਵਿੱਚ? ਸਾਡਾ ਸਵਾਰਥ ਹੈ ਯਾਰ ਇਹ ਕਿ ਸਾਡਾ ਨਾਗਰਿਕ ਬੱਚੇ, ਸਾਡਾ ਜੀ, ਸਵਾਰਥ ਹੈ। ਬਿਲਕੁਲ। ਬਿਲਕੁਲ ਸਵਾਰਥ ਹੈ। ਇਹਨੂੰ ਜੀ। ਜੋ ਮਰਜ਼ੀ ਸ਼ਬਦ ਯੂਜ਼ ਜੀ, ਕਰ ਲਓ। ਜੀ ਜੀ ਸਾਰੇ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਜੀ, ਕਿ ਜੀ। ਸਾਡਾ ਇਹੀ ਸਵਾਰਥ ਹੈ ਸਵੈ ਦਾ। ਬਿਲਕੁਲ। ਅਰਥ ਕੀ ਹੁੰਦਾ ਕਿ ਸਾਡੇ ਜਿਹੜੇ ਸਾਥੀ ਹੈਗੇ ਆ, ਸਮਾਜਿਕ ਪਰਿਵਾਰ ਦੇ ਮੈਂਬਰ, ਜੀ। ਸੇਫ ਹੋਣ। ਬਿਲਕੁਲ ਠੀਕ ਹੈ, ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੁਲ ਜਿਹੜਾ ਰਸਤਾ ਸੀ ਬਲੌਕ ਕੀਤਾ ਹੋਇਆ, ਇਹਨੂੰ ਜੀ। ਚੱਕਣ ਦੇ ਨਾਲ ਹੀ ਇਕੱਲਾ ਮਸਲਾ ਨਹੀਂ ਹੱਲ ਹੋਣਾ। ਜੀ। ਇਹ ਤਾਂ ਟੈਂਪਰੇਰੀ ਜਾਂ ਕਹ ਲਓ ਜਾਂ ਸ਼ਾਰਟ ਟਰਮ ਤੁਸੀਂ ਹੋ ਗਿਆ ਜੀ ਜੀ ਵੀ ਹੁਣ ਜੇ ਰਾਤ ਨੂੰ ਪਾਣੀ ਆ ਜਾਂਦਾ, ਜੀ ਇੰਨਾ ਕੁ ਪਾਣੀ ਆ ਜਾਂਦਾ ਜਿਹਦੇ ਨਾਲ ਅਸੀਂ ਮਹਿਸੂਸ ਕਰਦੇ ਹਾਂ ਕਿ ਬੜੀ ਜਲਦੀ ਕਲੋਨੀ ਦੀ ਅੱਗੇ ਬਹੁਤ ਵੱਡਾ ਨੁਕਸਾਨ ਕਰ ਸਕਦਾ। ਨੀਆਂ ਖੁਰ ਜਾਣਗੇ। ਹਾਂ, ਉਹਨਾਂ ਕੁ ਤਾਂ ਪਾਣੀ ਜਿਹੜਾ ਹੈਗਾ ਉਹਦਾ ਥੋੜਾ ਰਸਤਾ ਕਲੀਨ ਕਰਕੇ ਹੁਣ ਅਸੀਂ ਇਹ ਤਿੰਨ ਮਸ਼ੀਨਾਂ ਲੱਗੀਆਂ ਹੋਈਆਂ ਜੀ ਜੀ ਤੇ ਉੱਥੇ ਬੰਨ ਬਣਾਉਣਾ ਸ਼ੁਰੂ ਕੀਤਾ। ਕੁਝ ਫਰਕ ਪਏਗਾ ਇਹਦੇ ਨਾਲ, ਜੀ ਜੀ ਸੇਫਟੀ ਹੋਏਗੀ, ਹੈ ਨਾ। ਜੀ ਜੀ ਤੇ ਪਰ ਜੇ ਆਪਾਂ ਕਹੀਏ ਵੀ ਇਹ ਪਰਮਾਨੈਂਟ ਹੱਲ ਹੈਗਾ, ਇਹਦੇ ਲਈ ਤਾਂ ਜਿੰਨੀ ਪਾਣੀ ਨੂੰ ਜਗ੍ਹਾ ਚਾਹੀਦੀ ਹੈ, ਜਿੰਨੀ ਪਿੱਛੇ ਦਿੱਤੀ ਗਈ ਹੈ ਜੀ, ਤੇ ਜੀ। ਅੱਗੇ ਦਿੱਤੀ ਗਈ ਹੈ, ਉਨੀ ਪਾਣੀ ਨੂੰ ਜਗ੍ਹਾ ਇਹਦੀ ਨਿਸ਼ਾਨਦੇਹੀ ਕਰਕੇ ਗਵਰਨਮੈਂਟ ਇਸ ਨੂੰ ਜਗ੍ਹਾ ਉਨੀ ਦੇਵੇ। ਪਾਣੀ ਦੇ ਪਿੱਛੇ ਨਹੀਂ ਮੁੜਨਾ, ਇਹਨੇ ਤਬਾਹ ਕਰ ਦੇਣਾ ਆਪਣਾ ਰਸਤਾ ਜਿਵੇਂ ਬਣਾ ਕੇ ਨਾ, ਇਹਨੇ ਅੱਗੇ ਨਿਕਲਣਾ। ਕਦੀ ਪਾਣੀ ਪਿੱਛੇ ਨਹੀਂ ਮੁੜਦਾ ਹੁੰਦਾ। ਬਿਲਕੁਲ ਜੀ। ਇਸ ਕਰਕੇ ਸਾਨੂੰ ਵੀ ਪਿੱਛੇ ਨਹੀਂ ਮੁੜਨਾ ਚਾਹੀਦਾ ਕਿ ਪਾਈਪ ਬਿਲਕੁਲ। ਨਹੀਂ ਟੁੱਟਦੇ। ਬਿਲਕੁਲ ਅਸੀਂ ਕਿਉਂ ਪਿੱਛੇ ਮੁੜ ਗਏ ਜਦੋਂ ਪਾਣੀ ਜੀ। ਪਿੱਛੇ ਨਹੀਂ ਮੁੜਦਾ? ਜੀ ਜਦੋਂ ਪਾਣੀ ਲਈ ਰਾਤ ਨਹੀਂ ਹੈਗੀ ਜੀ ਜੀ ਤੇ ਸਾਡੇ ਲਈ ਰਾਤ ਕਿਉਂ ਆ ਗਈ ਕਿ ਸ਼ਾਮ ਹੋ ਗਈ ਸਵੇਰੇ ਕਰਾਂਗੇ? ਜੀ। ਸਾਡੇ ਲਈ ਛੁੱਟੀ ਕਿੱਦਾਂ ਹੋ ਗਈ ਜਦੋਂ ਪਾਣੀ ਛੁੱਟੀ ਨਹੀਂ ਕਰਦਾ?
ਇਹਦਾ ਮਤਲਬ ਯਾਰ ਵੀ ਲੰਬੇ ਸਮੇਂ ਤੋਂ ਕਿੰਨਾ ਸਮਾਂ ਹੋ ਚੁੱਕਿਆ ਤੁਹਾਡੇ? ਅਸੀਂ ਦੇਖਿਆ ਸਾਰੀ ਮਸ਼ੀਨਰੀ ਜਿਹੜੀ ਇੱਥੇ ਲੱਗੀ ਹੋਈ ਹੈ, ਲੋਕਾਂ ਨੂੰ ਤੁਸੀਂ ਇੱਕ ਉੱਥੇ ਬਹੁਤ ਵੱਡਾ ਆਸਰਾ ਦਿੱਤਾ ਹੋਇਆ ਹੈ। ਤੁਸੀਂ ਪੰਜਾਬ ਦੇ ਕਿੰਨੇ ਉਹ ਏਰੀਆ ਨੂੰ ਸੰਭਾਲਿਆ, ਤੁਸੀਂ ਉੱਥੇ ਦਵਾਈਆਂ ਪ੍ਰੋਵਾਈਡ ਕਰਾਈਆਂ ਨੇ, ਰਾਸ਼ਨ ਤੱਕ ਪ੍ਰੋਵਾਈਡ ਕਰਾਇਆ ਹੈ। ਪ੍ਰਭ ਆਸਰਾ ਅੱਜ ਇੰਨੇ ਲੋਕਾਂ ਨੂੰ ਉੱਥੇ ਆਸਰਾ ਦੇ ਕੇ ਅੱਜ ਜਿਹੜੇ ਨਿਹੱਥੇ ਲੋਕ ਜਿਹੜੇ ਅੱਜ ਸੜਕਾਂ ਤੇ ਸ਼ਾਇਦ ਆਏ ਉਹਨਾਂ ਨੂੰ ਫਿਰ ਵੀ ਆਸਰਾ ਦੇ ਰਿਹਾ। ਨਹੀਂ ਤਾਂ ਸੰਗਤ ਜਿਹੜੇ ਸਮਾਜ ਦੇ ਲੋਕ ਜਿਹੜੇ ਆ ਨਾ, ਸਮਾਜ ਦੇ ਵਿੱਚ ਇੱਕ ਦੂਜੇ ਦੀ ਭੈਣ ਭਰਾ ਦੀ ਤਰ੍ਹਾਂ ਨਾ ਹੈਲਪ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਆ ਰਹੇ ਆ। ਇਥੋਂ ਦਾ ਕਲਚਰ ਹੀ ਇਦਾਂ ਦਾ ਹੈਗਾ ਤੇ ਇਸ ਕਰਕੇ ਇਹ ਸਾਡੀ ਡਿਊਟੀ ਬਣਦੀ ਹੈ। ਇਹਦੇ ਵਿੱਚ ਕੋਈ ਅਸੀਂ ਕਿਸੇ ਤੇ ਅਹਿਸਾਨ ਥੋੜਾ ਕਿਸੇ ਦਾ ਹੈਗਾ ਹੈ। ਜੇਕਰ ਸਾਡੇ ਹੁਣ ਜੇ ਅਸੀਂ ਕਹੀਏ ਵੀ ਨਹੀਂ ਇਹ ਸਿਰਫ ਇਸੇ ਕਲੋਨੀ ਲਈ ਖਤਰਾ ਹੈਗਾ, ਪਿੱਛੇ ਲਈ ਨਹੀਂ ਹੈਗਾ, ਸਾਰੇ ਪਿੰਡ ਵੀ ਤਬਾਹ ਹੋ ਜਾਣਗੇ ਜੇ ਹੁਣ ਇੱਥੇ ਕਲੋਨੀਆਂ ਡਿਵੈਲਪ ਹੋ ਰਹੀਆਂ ਨੇ। ਸਾਹਮਣੇ ਵੀ ਖਤਰਾ ਹੈਗਾ, ਕੱਲ ਨੂੰ ਵੱਡਾ ਫਲੋ ਆਉਂਦਾ ਹੈ ਤੇ ਉਹ ਸਾਹਮਣੇ ਟੱਕਰ ਬਣ ਰਹੀ ਹੈ ਤੇ ਉਹਦੇ ਅੱਗੇ ਪਰਲੇ ਪਾਸੇ ਟੈਂਕੀ ਹੈਗੀ, ਨਾਲੀ 10 ਫੁੱਟ ਰਹਿ ਗਈ ਹੈ। ਜੇ ਉਹ ਗਿਰ ਗਈ ਇੱਧਰ ਤੇ ਸਾਰੀ ਕਰਾਲੀ ਖਤਮ। ਤੇ ਉਸ ਦੇ ਨਾਲ ਜਿਸ ਤਰੀਕੇ ਨਾਲ ਇਹ ਕਲੋਨੀਆਂ ਡਿਵੈਲਪ ਹੋ ਰਹੀਆਂ ਤੇ ਜੇਕਰ ਇਹ ਨਾ ਰੋਕੀਆਂ ਗਈਆਂ ਤੇ ਪਿਛਲੇ ਪਿੰਡ ਜਿਹੜੇ ਹੈਗੇ ਪ੍ਰੈਸ਼ਰ ਵੱਧਦਾ ਹੈ ਤਾਂ ਸਾਈਡ ਤੇ ਜਿੱਥੇ ਵੀ ਬੰਨ ਕਮਜ਼ੋਰ ਹੁੰਦੇ ਆ, ਸਾਈਡਾਂ ਕਮਜ਼ੋਰ ਹੁੰਦੀਆਂ, ਅਸੀਂ ਦੇਖਦੇ ਹੀ ਆ ਰਹੇ ਹਾਂ ਸਰਦੂਲਗੜ੍ਹ ਜਾਂ ਹੋਰ ਪਾਸੇ ਉਹਨਾਂ ਨੂੰ ਬਾਰ-ਬਾਰ ਮਜ਼ਬੂਤ ਕੀਤਾ ਜਾ ਰਿਹਾ ਸੀ। ਅਸੀਂ ਰਾਤਾਂ ਨੂੰ ਜਾ ਕੇ 11 ਵਜੇ ਦਿਨ ਰਾਤ ਉੱਥੇ ਗੱਡੀ ਭਰ ਕੇ ਲੈ ਜਾਣੀ, ਵੀ ਤੇਲ ਡਰਮ ਲੈ ਜਾਣੇ, ਵੀ ਮਸ਼ੀਨਾਂ ਨਾ ਰੋਕਣ, ਕਿਉਂਕਿ ਉਹ ਜਿੱਥੇ ਪਾਣੀ ਮਾੜਾ ਜਿਹਾ ਵੀ ਟੁੱਟਦਾ ਸੀ ਤੇ ਉੱਥੇ ਤਬਾਹ ਕਰ ਦਿੰਦਾ ਸੀ ਜਿੱਧਰ ਨੂੰ ਜਾਂਦਾ ਸੀ। ਇੱਥੇ ਪਿਛਲੇ ਵੀ ਸੇਫ ਨਹੀਂ ਹੈਗੇ ਤੇ ਇਸ ਕਰਕੇ ਮਤਲਬ ਇਹ ਮਤ ਸੋਚੋ ਕਿ ਸਿਰਫ ਇੰਨੇ ਕੇ ਏਰੀਏ ਨੂੰ ਇਹ ਖਤਰਾ ਹੈ। ਇਹ ਟੋਟਲੀ ਖਤਰਾ ਜਿਹੜਾ ਹੈਗਾ ਬਹੁਤ ਸਾਰੇ ਇਲਾਕੇ ਨੂੰ ਹੈਗਾ। ਇਸ ਕਰਕੇ ਦੂਜੇ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਆਪਣੀ ਸਮੱਸਿਆ ਜਿੰਨੀ ਦੇਰ ਤੱਕ ਨਹੀਂ ਸਮਝੋਗੇ ਤੇ ਸੇਫ ਕੋਈ ਵੀ ਨਹੀਂ ਹੈਗਾ ਇੱਥੇ। ਮਤਲਬ ਪੰਜਾਬ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਅਫਸਰਸ਼ਾਹੀ ਨੂੰ ਇੱਥੇ ਭੇਜ ਕੇ ਸਾਰਾ ਮੁਆਇਨਾ ਕਰਨਾ ਚਾਹੀਦਾ ਵੀ ਜਿਹੜਾ ਆਉਣ ਵਾਲਾ ਫਿਊਚਰ ਹੈਗਾ ਉਹ ਕਿੱਦਾਂ ਨੁਕਸਾਨ ਕਰ ਸਕਦਾ ਹੈ, ਕਿਉਂਕਿ ਪਾਣੀ ਦੇ ਵਹਾਅ ਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਨਜਿੱਠ ਸਕਦੀ ਹੈ। ਜਿੱਦਾਂ ਹੁਣ ਜ਼ਮੀਨ ਨੂੰ ਵੀ ਉਪਜਾਊ ਵਾਸਤੇ ਬਣਾਉਣ ਲਈ ਸਰਕਾਰ ਹੀ ਅੱਗੇ ਆ ਸਕਦੀ ਹੈ। ਇਸ ਤੋਂ ਅੱਗੇ ਦਾ ਦੇਖੋ ਇਹਦੇ ਲਈ ਨਾ ਬਹੁਤ ਸਾਰੇ ਸਵਾਲ ਹੈਗੇ ਹੈ ਕਿ ਇੱਕ ਤਾਂ ਇਹ ਗੱਲ ਹੋ ਗਈ ਕਿ ਨੁਕਸਾਨ ਕਿਹਦਾ ਕਰ ਸਕਦਾ। ਮੈਨੂੰ ਲੱਗਦਾ ਵੀ ਇਹ ਸਵਾਲ ਤਾਂ ਸ਼ਾਇਦ ਇੱਕ ਮਤਲਬ ਮੇਰੇ ਲਈ ਮੇਰਾ ਸਵਾਲ ਤਾਂ ਨਹੀਂ ਹੈ ਜਾਇਦਾ, ਇਦਾਂ ਦਾ ਫੀਲ ਹੁੰਦਾ ਮੈਨੂੰ। ਇਹ ਨੁਕਸਾਨ ਕਰ ਸਕਦਾ, ਕਿਹਦਾ ਕਰ ਸਕਦਾ, ਇੱਕ ਦਾ ਕਰਦਾ ਭਾਵੇਂ 100 ਦਾ ਕਰ ਦਿੱਤਾ ਹੈ ਨਾ, ਮਤਲਬ ਇਹ ਨੁਕਸਾਨ ਕਰ ਸਕਦਾ ਹੈ। ਕਿਉਂਕਿ ਅਸੀਂ ਰਸਤੇ 'ਚ ਰੁਕਾਵਟ ਖੜੀ ਕਰਨ ਦੀ ਇਜਾਜ਼ਤ ਦਿੱਤੀ ਉਹਨਾਂ ਨੂੰ। ਜੇ ਉਹਨਾਂ ਨੇ ਬਿਨਾਂ ਪਰਮਿਸ਼ਨ ਤੋਂ ਇਹ ਪਾਈਪਾਂ ਦੱਬ ਦਿੱਤੀਆਂ, ਕੀ ਦੱਬੀਆਂ ਜਾ ਸਕਦੀਆਂ, ਕੀ ਉਹਨਾਂ ਕੋਲ ਪਰਮਿਸ਼ਨ ਹੈਗੀ ਹੈ, ਕੀ ਫਿਰ ਉਹਨਾਂ ਤੇ ਕੋਈ ਐਕਸ਼ਨ ਹੋਇਆ? ਚਲੋ ਐਕਸ਼ਨ ਦੇ ਨਾਲ ਇਮੀਡੀਏਟਲੀ ਰਿਲੀਫ ਲਈ ਗਵਰਨਮੈਂਟ ਕੋਲ ਪਾਵਰ ਹੈਗੀ ਹੈ, ਏਡੀ ਵੱਡੀ ਸੰਵਿਧਾਨ ਨੇ ਪਾਵਰ ਦਿੱਤੀ ਹੈ ਤੇ ਚੱਕ ਕੇ ਪਾਈਪਾਂ ਬਾਹਰ ਮਾਰੋ, ਤੁਸੀਂ ਆਪਣੇ ਨਾਗਰਿਕਾਂ ਨੂੰ ਸੇਫ ਕਰੋ। ਮਤਲਬ ਗਵਰਨਮੈਂਟ ਇਹਨੂੰ ਗੰਭੀਰਤਾ ਨਾਲ ਵਿਚਾਰੇ ਤੇ ਇਹਨਾਂ ਦੀ ਸਫਾਈ ਕਰਾ ਕੇ ਤੇ ਇਹੋ ਜਿਹੀਆਂ ਰੁਕਾਵਟਾਂ ਜਿਹੜੀਆਂ ਉਹ ਰਸਤੇ ਵਿੱਚੋਂ ਕਲੀਅਰ ਕਰਕੇ ਪਾਣੀ ਨੂੰ ਬਣਦੀ ਉਹਦੀ ਜਗ੍ਹਾ ਦੇਵੇ ਤੇ ਨਾਗਰਿਕ ਨੂੰ ਸੇਫ ਕਰੇ। ਗੌਰਮੈਂਟ ਦਾ ਮਤਲਬ ਹੁੰਦਾ ਗੌਰ ਕਰਨ ਵਾਲੀ। ਹੁਣ ਇਹ ਥੋੜਾ ਹੈਗਾ ਵੀ ਮਤਲਬ ਹੁਣ ਨਾਗਰਿਕ ਗੌਰ ਕਰੂਗਾ, ਜੇ ਨਾਗਰਿਕ ਨੇ ਗੌਰ ਕਰਨੀ ਤੇ ਫਿਰ ਗੌਰਮੈਂਟ ਜਿਹੜੀ ਹੈਗੀ, ਨਾਗਰਿਕ ਕਿੱਦਾਂ ਗੌਰ ਕਰ ਸਕਦਾ, ਕਿਸ ਲੈਵਲ ਤੇ ਕਰ ਸਕਦਾ? ਕਿਉਂਕਿ ਲੋਕਾਂ ਦੀ ਸਰਕਾਰ ਹੈ, ਲੋਕਾਂ ਦੁਆਰਾ ਸਰਕਾਰ ਹੈ, ਲੋਕਾਂ ਲਈ ਸਰਕਾਰ ਹੈ। ਪਰ ਬਸ ਆਹੀ ਸਾਨੂੰ ਵੀ ਲੋਕਾਂ ਲਈ ਸਰਕਾਰ ਜਿਹੜੀ ਹੈ ਮਤਲਬ ਇਸ ਨੂੰ ਜਗ੍ਹਾ ਦੇ ਕੇ ਪਾਣੀ ਨੂੰ ਸੇਫ ਕਰੇ ਸਾਡੇ ਨਾਗਰਿਕ ਨੂੰ। ਬਿਲਕੁਲ ਸਾਡੇ ਨਾਲ ਸਰਦਾਰ ਸ਼ਮਸ਼ੇਰ ਸਿੰਘ ਸੀ ਤੇ ਅਸੀਂ ਪੁੱਛਾਂਗੇ ਕਿੱਥੇ ਤੁਸੀਂ ਇਸ ਸਮੇਂ ਜਿਹੜੀ ਕੰਪਲੇਂਟ ਦੇ ਚੁੱਕੇ ਹੋ ਤੇ ਕੋਈ ਫੀਡਬੈਕ ਆਇਆ, ਕਿੱਥੇ ਤੁਸੀਂ ਪਹੁੰਚ ਕੀਤੀ है? जी देखो, कहीं से भी कोई फीडबैक नहीं आया अभी तक। ठीक है जी, जब 9 जुलाई को यहाँ पे पानी आया था उस टाइम तो बहुत पद्धर च पानी आया सी, बहुत स्पीड च पानी आया सी ਤੇ ਉਸ ਟਾਈਮ ਦੇਖੋ ਜੋ ਜਿਹੜੀ ਪਾਈਪ ਤੁਹਾਨੂੰ ਸਾਹਮਣੇ ਦਿਖ ਰਹੀ ਹੈ ਉਸ ਟਾਈਮ ਸਾਰਾ ਅਕਸਰ ਹਾਂਜੀ ਕੰਪਲੇਂਟ ਕਿੱਥੇ ਕਰ ਦਿੱਤੀ? कंप्लेंट म्यूनसिपल कारपोरेशन को करी हुई है, डीसी को करी हुई है, खरड़ डीसी एचडीएम को करी हुई है ਤੇ ਜਿਹੜਾ ਡਰੇਨ ਡਿਪਾਰਟਮੈਂਟ ਨੂੰ ਕਰੀ ਹੋਈ ਹੈ ਜੀ। ਕੋਈ ਫੀਡਬੈਕ ਨਹੀਂ ਆਇਆ? ਕੋਈ ਫੀਡਬੈਕ ਨਹੀਂ ਹੈਗਾ। ਮਤਲਬ ਤੁਸੀਂ ਉੱਥੇ ਤੱਕ ਪਹੁੰਚ ਕਰਕੇ ਸਾਰਾ ਕੁਝ ਮਤਲਬ ਆਤੀ ਸਾਰੀ ਕੰਪਲੇਂਟ ਫੜਾਈਆਂ, ਕੋਈ फीडबैक नहीं आया? नहीं, ड्रेन डिपार्टमेंट से तो चलो जो फर्स्ट डे 2 मशीनें आई थी इधर, लेकिन वो बीच में ही छोड़ के चली गई थी, यहाँ पे कुछ काम उनसे हुआ नहीं था। ਮਤਲਬ ਉਹਨਾਂ ਕੋਲੋਂ ਭਾਰ ਨਹੀਂ ਚੱਲਿਆਗਾ, ਜਿਹੜਾ ਵੇਟ ਹੈਗਾ ਸੀ ਉਹ ਉਠਾਇਆ ਨਹੀਂ ਗਿਆ ਪਾਈਪਾਂ ਦਾ ਜਿਹੜਾ ਹੈਗਾ ਸੀ। ਬਿਲਕੁਲ ਨਹੀਂ ਹੋਈ। ਤੇ ਕੀ ਸੁਨੇਹਾ ਕੀ ਹੈਗਾ, ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ, ਕਿਵੇਂ ਤੁਹਾਡੇ ਜਿਹੜੇ ਆਵਾਸ ਹੈਗੇ ਨੇ ਫਿਰ ਇਹਨਾਂ ਨੂੰ ਬਚਾਇਆ ਜਾਵੇ ਤੇ ਇੱਕ ਜਿਹੜੀ ਆ ਜ਼ਮੀਨਾਂ ਰੁੜ ਗਈਆਂ ਨੇ ਕਿਵੇਂ ਬਹਾਲ ਹੋ ਸਕਦੀਆਂ ਨੇ? ਦੇਖੋ ਜੀ, ਪ੍ਰਸ਼ਾਸਨ ਸੇ ਇਹ ਬੇਨਤੀ ਹੈ ਜਿਨ੍ਹਾਂ ਨੇ ਇੱਥੇ ਗਲਤ ਤਰੀਕੇ ਨਾਲ ਪੁਲੀਆਂ ਬਣਾਈਆਂ ਤੇ ਗलत तरीके ਨਾਲ जिन्होंने गलत नाले मतलब हमें बोल दिया कि ये नाला है, क्योंकि जिस टाइम हमने यहाँ पे प्लॉट लिए तो उस टाइम तो हमें कुछ भी नहीं देता कि देखो आप सामने अगर कैमरा घुमाओगे तो छोटी सी इस एरिया में जो इन्होंने पूरा का पानी कन्वर्ट कर दिया था। लेकिन जब पानी है तो पता लगा कि ये चीज़ है। तो मैं ये विनती करता हूँ आपके माध्यम से जो भी इसमें दोषियों पे कार्रवाई किया जाए, या जिनके मकान गिरे हैं, जिनके गिरने वाले हैं, या उनको बने बनाए मकान कहीं गवर्नमेंट कहीं ट्रांसफ़र कर दे, ये विनती। और जिन पे गलत तरीके नाल उन पे कार्रवाई होनी चाहिए। ਸੋ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਦੇ ਬਹੁਤ ਆਭਾਰੀ ਹਾਂ ਜਿਨ੍ਹਾਂ ਨੇ ਆਸਰਾ ਦਿੱਤਾ ਹੈ। ਇਹਨਾਂ ਦੀ ਜਿਹੜੀ ਸਾਰੀ ਜਿਹੜੀ ਮਸ਼ੀਨਰੀ ਇੱਥੇ ਕੰਮ ਕਰ ਰਹੀ ਹੈ, ਬੰਨ ਬਣਾ ਰਹੀ ਹੈ ਕਿ ਜਿਹੜਾ ਬੰਨ ਹੈਗਾ ਉਹ ਕਿਤੇ ਨਾ ਕਿਤੇ ਕਿਸੇ ਹਾਲਾਤ ਤੱਕ ਉਹਨਾਂ ਨੂੰ ਸੇਫ ਕਰ ਸਕੇ। ਪਰ ਜਿਹੜੀ ਵੱਡੀ ਸਮੱਸਿਆ ਹੈਗੀ ਹੈ ਉਹ ਸਰਕਾਰਾਂ ਹੱਲ ਕਰ ਸਕਦੀਆਂ, ਕਿਉਂਕਿ ਲੋਕਤੰਤਰ ਹੈਗਾ, ਲੋਕਾਂ ਦੀ ਵੋਟਾਂ ਦੇ ਨਾਲ ਹੀ ਸਰਕਾਰਾਂ ਬਣਦੀਆਂ। ਸਰਕਾਰਾਂ ਨੂੰ ਜਲਦੀ ਇਸ
ਗੰਭੀਰ ਮਸਲੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈਗਾ। ਘਰ ਇੱਕ ਵਾਰ ਬਣਦੇ ਨੇ, ਸਾਰੀ ਉਮਰ ਦੀ ਕਮਾਈ ਘਰਾਂ ਦੇ ਉੱਪਰ ਹੀ ਲੱਗ ਜਾਂਦੀ ਹੈ। ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ, ਕੁਰਾਲੀ ਤੋਂ।